ਜੰਮਦੇ ਮਰ ਜਾਈਦਾ ਸਿੱਖੀ ਕਮਾਉਣੀ ਔਖੀ, ਜਿਉਂਦੇ ਮਰ ਜਾਈਦਾ ਜੀ ਸਿੱਖੀ ਕਮਾਉਣੀ ਔਖੀ, ਜਿਉਂਦੇ ਮਰ ਜਾਈਦਾ ਸਿੱਖੀ ਕਮਾਉਣੀ ਔਖੀ, ਜਿਉਂਦੇ ਮਰ ਜਾਈਦਾ ਕਮਾਉਣੀ ਔਖੀ, ਜਿਉਂਦੇ ਮਰ ਜਾਈਦਾ ਸਿੱਖੀ ਕਮਾਉਣੀ ਔਖੀ, ਜਿਉਂਦੇ ਮਰ ਜਾਈਦਾ ਸਿੱਖੀ ਕਮਾਉਣੀ ਔਖੀ। ਉਹ ਜਿਉਂਦੇ ਮਰ ਜਾਈਦਾ, ਜਿਉਂਦੇ ਮਰ ਜਾਈਦਾ ਸੇਵਾ ਕਮਾਉਣੀ ਔਖੀ, ਜਿਉਂਦੇ ਮਰ ਜਾਈਦਾ ਸੇਵਾ ਕਮਾਉਣੀ ਔਖੀ, ਜਿਉਂਦੇ ਮਰ ਜਾਈਦਾ ਸਿੱਖੀ ਕਮਾਉਣੀ ਔਖੀ, ਉਹ ਜਿਉਂਦੇ ਮਰ ਜਾਈਦਾ ਸਿੱਖੀ ਕਮਾਉਣੀ ਔਖੀ, ਜਿਉਂਦੇ ਮਰ ਜਾਈਦਾ ਸਿੱਖੀ ਕਮਾਉਣੀ ਔਖੀ, ਜਿਉਂਦੇ ਮਰ ਜਾਈਦਾ ਸਿੱਖੀ ਕਮਾਉਣੀ ਔਖੀ। ਗੁਰ ਸਿੱਖੀ ਬਰੀਕ ਖੰਡੇ ਤਾਰ ਗੜੀ, ਅਤ ਪੀੜੀ ਟੇਕ ਨਾ ਸਕੇ ਫੁੜਨਾ, ਚੱਲ ਨਾ ਸਕੇ ਉੱਪਰ ਕੀੜੀ। ਆਵੋ ਸਿੱਖ ਸਤਿਗੁਰ ਕੇ ਪਿਆਰਿਓ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰਵਾਣੀ। परम सत्कारयोग गुरां की साजी और नवाजी हुई साध संगत जी अंमृत वेले गुरु चरणों विच हाजरी भरदे हां। बड़े भाग हन साडे भी ते तुहाडे भी, क्योंकि साहब सच्चे पातशाह महाराज जी फरमान करते हैं, कहते आवो सिख सतगुर के प्यारे। उस गुरु दे प्यारे आओ सारे मिल के करिए कि गावो सच्ची बाणी। परमात्मा दी सच्ची बाणी गायन करन दा जिहड़ा उपदेश दिता महाराज जी ने, तीसरे गुरु नानक गुरु अमरदास महाराज जी। फिर महाराज जी कहते बाणी तां गावो गुरु केरी, कहते बाणी गुरु दी है, बाणी तां गावो गुरु केरी बाणियां सिर बाणी। सब बाणियां दे नालों जिहड़ी सरमौर है प्रतख है, ते अपार बख्शिश करदे ने गुरु अमरदास महाराज तीसरे गुरु नानक। कहंदे बाणी गा कौन सकदा है, कौन सुन सकदा है। देखो ये भी महाराज जी ने मोहर लाई है, इक्के शब्द दे विच पहला उपदेश करता, आओ सारे रल के गाइए गुरु दी बाणी। फिर गुरु अमरदास महाराज ने कहा, सच्चे पातशाह तुसी तां कहती है गल भी आवो ते गाऊगा कौन? कहंदे जिन को नदर कर्म होवे, जिन्हां ते गुरु दी नदर हो जावे, जिन्हां दे कर्मां दे विच परमात्मा दी बाणी है। जिन को नदर कर्म होवे हिरदे तिना समाणी। महाराज जी कहंदे ओ भागां वाले ने जिहड़े बाणी पढ़दे भी ने सुणदे भी ने। इस तरह जिवें धन कलगीधर पातशाह महाराज नूं एक दिन सिखां ने कहा, महाराज तुसीं कहंदे हो भी बाणी जिहड़ा मनुख पढ़दा उहनूं बाणी दा इन्नी कुछ खुमारी चढ़ जाती है। पिछले इतिहास सुणाउंदे हो, अगे दसदे हो, बंद बंद कट्टे गए, खोपरियां लवाइयां गईयां, ते असीं तां बड़ी बाणी पढ़दे हां, सानूं किते उस बाणी ने कोई ना तां खुमारी हुई चढ़ी है। एक खुमारी है, सदा आनंद रहे दिन राती गुणवंतिया पाशार।
ਇੱਕੋ ਖੁਮਾਰੀ ਹੈ, ਜਿਵੇਂ ਵਿਦਵਾਨ ਨੇ ਲਿਖਿਆ, ਪੋਸਤ ਭੰਗ ਅਫੀਮ ਮਦ ਉਤਰ ਜਾਏ, ਪ੍ਰਭ ਭਾਤ ਨਾਮ ਖੁਮਾਰੀ ਨਾਨਕਾ, ਚੜੀ ਰਹੇ ਦਿਨ ਰਾਸਤ। ਦੁਨੀਆ ਦੇ ਲੋਕ ਅੱਜ ਨਸ਼ੇ ਕਰਦੇ ਨੇ, ਭੈੜੇ ਭੈੜੇ ਨਸ਼ੇ ਕਰਦੇ ਨੇ, ਜਿਨ੍ਹਾਂ ਨੂੰ ਕੁੱਤੇ ਬਿੱਲੇ ਨਹੀਂ ਖਾਂਦੇ, ਡੰਗਰ ਨਹੀਂ ਖਾਂਦੇ, ਉਹ ਅੱਜ ਦਾ ਮਨੁੱਖ ਖਾ ਰਿਹਾ ਹੈ। ਮਹਾਰਾਜ ਜੀ, ਅਸੀਂ ਵੀ ਬਾਣੀ ਤਾਂ ਜ਼ਰੂਰ ਪੜ੍ਹਦੇ ਹਾਂ, ਪਰ ਸਾਡੇ ਤੇ ਕਿਤੇ ਅਸਰ ਨਹੀਂ ਹੋਇਆ। ਸੱਚੇ ਪਾਤਸ਼ਾਹ ਕਹਿਣ ਲੱਗੇ, ਜਿਨ ਕੋ ਨਾਦਰ ਕਰਮ ਹੋਵੇ, ਹਿਰਦੈ ਤਿਨਾ ਸਮਾਣੀ। ਜਿਨ੍ਹਾਂ ਤੇ ਦਾਤੇ ਦੀ ਨਦਰ ਹੋ ਗਈ ਤੇ ਉਹਨਾਂ ਦੇ ਕਰਮ ਵਧੀਆ ਨੇ, ਚੰਗੇ ਸੱਚੇ ਕਰਮ ਨੇ, ਸ਼ੁਭ ਕਰਮ ਨੇ। ਮਹਾਰਾਜ ਜੀ ਕਹਿੰਦੇ ਉਹਨਾਂ ਦੇ ਉੱਤੇ ਫਿਰ ਇਹ ਬਾਣੀ ਜਿਹੜੀ ਹੈ ਨਾ, ਉਹ ਅਸਰ ਕਰਦੀ ਹੈ। ਜਿਨ ਕੋ ਨਾਦਰ ਕਰਮ ਹੋਵੇ, ਹਿਰਦੇ ਦੇ ਵਿੱਚ ਵਸਾ ਲੈਣੀ। ਮਹਾਰਾਜ ਜੀ ਕਹਿੰਦੇ ਜਦੋਂ ਬਾਣੀ ਹਿਰਦੇ ਵਿੱਚ ਵਸ ਗਈ ਤੇ ਫਿਰ ਪਰਮਾਤਮਾ ਸੱਚੇ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰਦੇ ਨੇ, ਉਹ ਫਿਰ ਕੀ ਬਣ ਜਾਂਦਾ ਹੈ? ਉਹ ਸਮਦ੍ਰਿਸ਼ਟੀ ਬਣ ਜਾਂਦੀ ਹੈ। ਉਹਦੀ ਸਮਦ੍ਰਿਸ਼ਟੀ, ਬ੍ਰਹਮ ਗਿਆਨੀ ਕਹਿ ਦੋ, ਉਹਨੂੰ ਸੰਤ ਕਹਿ ਦੋ, ਉਹਨੂੰ ਕੋਈ ਬਾਬਾ ਕਹਿ ਦੋ। ਬਾਬਾ ਵੈਸੇ ਲਿਬਾਸ ਦਾ ਨਾਂ ਨਹੀਂ ਹੈ, ਸੰਤ ਕਿਸੇ ਲਿਬਾਸ ਦਾ ਨਾਂ ਨਹੀਂ ਹੈ ਵੀ ਕੱਪੜੇ ਪਾ ਲੇ ਵੀ ਇਹ ਸ਼ਾਇਦ ਬਾਬਾ ਹੋਵੇ ਜਾਂ ਸੰਤ ਹੋਵੇ। ਮਹਾਰਾਜ ਜੀ ਕਹਿੰਦੇ ਨਹੀਂ, ਬਾਬਾ ਤੇ ਸੰਤ ਜਾਂ ਬ੍ਰਹਮ ਗਿਆਨੀ ਕੀ ਦਾ ਨਾਮ ਹੈ? ਸਾਧ ਨਾਮ ਨਿਰਮਲ ਤਾਂ ਕੇ ਕਰਮ, ਜਿਹਦੇ ਉੱਚੇ ਸੁੱਚੇ ਭਾਗ ਨੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿਣ ਲਈ, ਆ ਜਾਓ ਫਿਰ ਸ਼ਾਮ ਜੀ ਨੂੰ ਤੀਸਰੇ ਪਹਿਰ ਦੇ ਦੀਵਾਨ ਤੋਂ ਪਹਿਲਾਂ ਆ ਜਾਓ, ਥੋੜਾ ਜਿਹਾ ਤੁਹਾਨੂੰ ਦੱਸ ਦਿਆਂਗੇ। ਸੁੱਖਾ ਰਗੜਿਆ ਗਿਆ, ਸੁਖ ਨਿਧਾਨ ਰਗੜ ਕੇ ਇੱਕ ਵੱਡਾ ਸਾਰਾ ਭਾਂਡਾ ਭਰ ਲਿਆ, 20-25 ਸਿੱਖ ਇੱਧਰਲੇ ਪਾਸੇ ਬਿਠਾ ਲਏ, 20-25 ਉੱਧਰਲੇ ਪਾਸੇ ਬਿਠਾ ਤੇ ਬਹਿ ਜਾਓ। ਬਾਟੇ ਲੋਹੇ ਦੇ, ਸਰਬਲੋ ਦੇ ਬਾਟੇ ਧਰੇ ਗਏ ਕੋਲੇ, ਤੇ ਬਾਟੇ ਸਾਰਿਆਂ ਦੇ ਭਰਤੇ। ਮਹਾਰਾਜ ਜੀ ਕਹਿੰਦੇ ਲੰਗਰੀ ਸਿੰਘ ਨੂੰ ਸਾਰੇ ਬਾਟਿਆਂ ਵਿੱਚ ਪਾ ਦੇ। ਜਿਹੜੀ ਇੱਧਰਲੀ ਲੈਣ ਵਾਲੇ ਬੈਠੇ ਸੀ ਉਹਨਾਂ ਨੂੰ ਕਹਿਤਾ ਵੀ ਛਕ ਲਓ ਤੁਸੀਂ ਸਾਰੇ। ਉਹਨਾਂ ਨੇ ਤਾਂ ਫਿਰ ਮਿੰਟ ਨਹੀਂ ਲਾਇਆ, ਸਭ ਨੇ ਛਕ ਲਿਆ। ਜਿਹੜੇ ਦੂਜੇ ਪਾਸੇ ਬੈਠੇ ਸੀ ਉਹਨਾਂ ਨੂੰ ਕਹਿ ਦਿੱਤਾ ਤੁਸੀਂ ਇਉਂ ਕਰਿਓ, ਮੂੰਹ ਦੇ ਵਿੱਚ ਕੁਰਲੀ ਭਰ ਲਿਆ ਕਰੋ ਤੇ ਉਹ ਬਾਹਰ ਡੋਲ ਦਿਆ ਕਰੋ, ਫੇਰ ਭਰ ਲਿਆ ਕਰੋ, ਫੇਰ ਡੋਲ ਦਿਆ ਕਰੋ, ਤੁਸੀਂ ਇੱਕ ਵੀ ਘੁੱਟ ਅੰਦਰ ਨਹੀਂ ਲਗਾਉਣੀ। ਉਹ ਕਹਿਣ ਲੱਗੇ ਠੀਕ ਹੈ ਜਿਵੇਂ ਤੁਹਾਡਾ ਹੁਕਮ ਹੈ। ਇਸੇ ਤਰ੍ਹਾਂ ਹੀ ਕੀਤਾ, ਅੱਧਿਆਂ ਨੇ ਪੀ ਲਿਆ, ਅੱਧਿਆਂ ਨੇ ਉਹ ਜਿਹੜਾ ਬਾਹਰ ਡੋਲ ਦਿੱਤਾ। ਤੀਸਰੇ ਪਹਿਰ ਦਾ ਦੀਵਾਨ ਸਜਿਆ। ਸਮਾਪਤੀ ਤੋਂ ਬਾਅਦ ਮਹਾਰਾਜ ਜੀ ਨੇ ਕੋਲ ਬੁਲਾ ਲਿਆ ਸਾਰਿਆਂ ਨੂੰ। ਹਾਂ ਕਿਵੇਂ ਆਨੰਦ? ਜਿਨ੍ਹਾਂ ਨੇ ਛਕਿਆ ਸੀ ਅੰਦਰ ਉਹ ਤਾਂ ਫਿਰ ਜਕਾਰੇ ਛੱਡਦੇ ਆਉਂਦੇ ਨੇ, ਮਸਤ ਹੋਏ ਆਉਂਦੇ ਨੇ। ਜਿਨ੍ਹਾਂ ਨੇ ਨਹੀਂ ਛਕਿਆ ਉਹ ਆ ਕੇ ਮੂੰਹ ਜਿਹਾ ਲਮਕਾ ਕੇ ਬਹਿ ਕੇ ਮਹਾਰਾਜ ਜੀ ਕਹਿੰਦੇ ਉਹ ਤੁਸੀਂ ਨਹੀਂ ਕੋ ਦੱਸਦੇ? ਕਹਿੰਦੇ ਮਹਾਰਾਜ ਜੀ ਇੱਕ ਘੁੱਟ ਅੰਦਰ ਹੀ ਨਹੀਂ ਗਈ ਸਾਡੇ, ਜਦੋਂ ਅਸੀਂ ਕੀ ਦਸੀਏ ਤੁਹਾਨੂੰ। ਮਹਾਰਾਜ ਜੀ ਕਹਿੰਦੇ ਬਸ ਆਹੀ ਤੁਹਾਡੇ ਸਵਾਲ ਦਾ ਹੀ ਜਵਾਬ ਹੈ। ਤੁਸੀਂ ਕਹਿੰਦੇ ਸੀ ਬਾਣੀ ਪੜ੍ਹਦੇ ਬੜੀ ਹਾਂ, ਬਸ ਪੜ ਪੜ ਗੱਡੀ ਲੱਦੀ ਐ, ਪੜ ਪੜ ਭਰੀ ਐ ਸਾਥ। ਪੜ ਲਈ ਜ਼ਰੂਰ ਪਰ ਬਾਣੀ ਨੂੰ ਸਮਝਿਆ ਨਹੀਂ ਹੈ। ਬਾਣੀ ਕਹਿੰਦੀ ਕੀ ਹੈ? ਬਾਣੀ ਕਹਿੰਦੀ ਹੈ ਜਿਨ ਕੋ ਨਾਦਰ ਕਰਮ ਹੋਵੇ, ਹਿਰਦੈ ਤਿਨਾ ਸਮਾਣੀ। ਕਹਿੰਦੇ ਜਦੋਂ ਇਹ ਗੁਣ ਪੈਦਾ ਹੋ ਗਏ ਫਿਰ ਕੀ ਹੋਗਾ? ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪਿਓ ਸਾਰੰਗ ਪਾਣੀ। ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ। ਮਹਾਰਾਜ ਜੀ ਕਹਿੰਦੇ ਜਿਨ੍ਹਾਂ ਦੇ ਕਰਮ ਵਧੀਆ ਨੇ, ਜਿਨ੍ਹਾਂ ਦੇ ਉੱਤੇ ਗੁਰੂ ਦੀ ਮਿਹਰ ਹੋ ਗਈ ਤੇ ਉਹ ਫਿਰ ਹੌਲੀ ਹੌਲੀ ਗੁਰੂ ਦੇ ਚਰਨਾਂ ਦੇ ਵਿੱਚ ਜੁੜਦਿਆਂ ਇੱਕ ਦਿਨ ਗੁਰੂ ਜੀ ਕੀ ਕਹਿੰਦੇ? ਫਿਰ ਸਤਿਗੁਰੂ ਜੀ ਦਾ ਫਰਮਾਨ ਹੈ। ਦੇਖੋ ਮਹਾਰਾਜ ਜੀ ਕਹਿੰਦੇ ਫਿਰ ਇੱਕ ਦਿਨ ਜਦੋਂ ਹੌਲੀ ਹੌਲੀ ਮਨੁੱਖ ਆਉਂਦਾ ਹੈ, ਇੱਕ ਦਿਨ ਉਹਦਾ ਸੁਭਾਅ ਬਣ ਜਾਂਦਾ ਹੈ। ਸੁਭਾਅ ਕੀ? ਗੁਰੂ ਨਾਨਕ ਦੇਵ ਮਹਾਰਾਜ ਜੀ ਪਾਵਨ ਬਾਣੀ ਅੰਦਰ ਫਰਮਾਨ ਕਰਦੇ ਨੇ। ਮਹਾਰਾਜ ਕਹਿੰਦੇ ਲਾਲ ਰੰਗ ਤਿਸ ਕੋ ਲੱਗਾ ਜਿਸ ਕੇ ਵੱਡ ਭਾਗਾ। ਕਹਿੰਦੇ ਜਿਨ੍ਹਾਂ ਦੇ ਵੱਡੇ ਭਾਗ ਨੇ ਉਹਨਾਂ ਨੂੰ ਫਿਰ ਹੁੰਦਾ ਕੀ ਹੈ? ਲਾਲ ਰੰਗ ਲੱਗਦਾ ਹੈ। ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਬੜੇ ਪਿਆਰ ਦੇ ਵਿੱਚ ਆ ਕੇ, ਧੰਨ ਗੁਰੂ ਨਾਨਕ ਦੀ ਪਾਵਨ ਬਾਣੀ ਕਹਿੰਦੀ ਲਾਲ ਰੰਗ ਲੱਗਿਆ ਜੀ ਵੱਡਿਆਂ ਭਾਗਾਂ ਵਾਲਿਆਂ ਨੂੰ,
ਲਾਲ ਰੰਗ ਲੱਗਿਆ ਕਰਮਾਂ ਵਾਲਿਆਂ ਨੂੰ। 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 ਲਾਲ ਰੰਗ ਤਿਸ ਕੋ ਲੱਗਾ ਜਿਸ ਕੇ ਵਡ ਭਾਗਾ। ਜਿਨ ਕੋ ਨਾਦਰ ਕਰਮ ਹੋਵੇ ਹਿਰਦੈ ਤਿਨਾ ਸਮਾਣੀ। ਜਿਹਦੇ ਉੱਤੇ ਨਾਦਰ ਹੋਗੀ। ਗੁਰੂ ਅਰਜਨ ਦੇਵ ਮਹਾਰਾਜ ਜੀ ਤਖਤ ਉੱਤੇ ਬੈਠੇ ਨੇ। ਇੱਕ ਪਾਸੇ ਸੰਗਤ ਬੈਠੀ ਹੈ, ਇੱਕ ਪਾਸੇ ਰਾਗੀ ਸੱਤਾ ਤੇ ਬਲਵੰਡਾ ਕੀਰਤਨ ਕਰਦੇ ਨੇ। ਤੇ ਕੀਰਤਨ ਕਰਦਿਆਂ ਕਰਦਿਆਂ ਗੁਰਬਾਣੀ ਦੀ ਪੰਕਤੀ ਆਈ। ਮਹਾਰਾਜ ਜੀ ਕਹਿੰਦੇ ਪਾਵਨ ਪਵਿੱਤਰ ਗੁਰਬਾਣੀ ਦੇ ਵਿੱਚ ਰਾਗੀ ਸਿੰਘ ਗੁਰਬਾਣੀ ਦੀਆਂ ਪੰਕਤੀਆਂ ਢੁਕਵੀਆਂ ਪੜ੍ਹ ਰਹੇ ਨੇ। ਉੱਥੇ ਸਤਿਗੁਰੂ ਦੇ ਪਿਆਰ ਵਿੱਚ ਆ ਕੇ ਕਹਿੰਦੇ ਉਹ ਰਾਗੀ ਸਿੰਘਾਂ ਨੇ ਕਿਹਾ, ਕੋਟ ਮੱਧੇ ਕੋ ਸਗਲਾ ਸੇਵਕ ਹੋਰ ਸਗਲੇ ਵਿਹਾਰੀ। ਕਹਿੰਦੇ ਕਰੋੜਾਂ ਦੇ ਵਿੱਚੋਂ ਇੱਕ ਅੱਧਾ ਹੈ ਜਿਹੜਾ ਗੁਰੂ ਦੇ ਹੁਕਮ ਦੇ ਉੱਤੇ ਚੱਲਦਾ, ਜਿਹੜਾ ਗੁਰਾਂ ਦੇ ਹੁਕਮ ਮੰਨਦਾ ਹੈ। ਜੋ ਗੁਰ ਕਹੇ ਸੋਈ। ਜਿਹੜਾ ਵੀ ਕੁਝ ਕਹਿੰਦਾ ਗੁਰੂ ਦੇ ਭਾਣੇ ਦੇ ਵਿੱਚ ਹੁੰਦਾ। ਕਹਿੰਦੇ ਉਹ ਕਰੋੜਾਂ ਦੇ ਵਿੱਚੋਂ ਹੈ, ਨਾ ਲੱਖਾਂ ਦੇ ਵਿੱਚੋਂ, ਨਾ 100 ਦੇ ਵਿੱਚੋਂ, ਨਾ 1000 ਦੇ ਵਿੱਚੋਂ। ਇਹ ਨਹੀਂ ਮਰਜੀ। ਕਹਿੰਦੇ ਉਹ ਕੌਣ ਹੈ? ਕੋਟਨ ਮੈਂ ਨਾਨਕ ਕੋ ਨਾ ਰਹਿਣ ਜੈਚੀ। ਤੇ ਕਹਿੰਦੇ ਕਰੋੜਾਂ ਦੇ ਵਿੱਚ ਇੱਕ ਅੱਧਾ ਹੀ ਹੈ। ਹੁਣ ਸਿੱਖ ਬੈਠੇ ਸੀ ਸਾਰੇ, ਸ਼ਰਧਾਵਾਨ ਵੀ ਨਹੀਂ ਹੁੰਦੇ, ਸਾਰੇ ਜਿਹੜੇ ਉਹ ਚੰਗੇ ਵੀ ਨਹੀਂ ਹੁੰਦੇ, ਸਾਰੇ ਮਾੜੇ ਵੀ ਨਹੀਂ ਹੁੰਦੇ। ਵਿੱਚੋਂ ਦੋ ਸਿੱਖ ਉੱਠੇ, ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ ਦੇ ਵਿੱਚ ਬੇਨਤੀ ਕਰੀ, ਮਹਾਰਾਜ ਜਿਹੜੇ ਅਸੀਂ ਇੰਨੇ ਫਿਰਦੇ ਆਂ ਹੋਰ ਸਗਲੇ ਵਿਹਾਰੀ, ਅਸੀਂ ਕੰਮਾਂ ਧੰਦਾ ਵਾਲੇ ਮਾਰੇ। ਕਹਿੰਦੇ ਹਾਂ ਇਹ ਤਾਂ ਪਤਾ ਹੀ ਹੈ। ਹੋਰ ਸਗਲੇ ਤੁਸੀਂ ਹੋਰ ਕੰਮਾਂ ਦੇ ਵਿੱਚ, ਕੰਮ ਧੰਦਿਆਂ ਦੇ ਵਿੱਚ ਵੀ ਉਲਝੇ ਹੋਏ ਹੋ, ਪੂਛ ਉਧਰ ਵੀ ਲੱਗੀ ਹੋਈ ਹੈ। ਪਰ ਰੱਬ ਦੇ ਪਿਆਰੇ ਨਾਮ ਜਪਣ ਵਾਲੇ, ਬੰਦਗੀ ਕਰਨ ਵਾਲੇ, ਉਹ ਇੱਧਰ ਵੀ ਜਿਹੜਾ ਉਹ ਪਰਮਾਤਮਾ ਦਾ ਨਾਮ ਵੀ ਜਪਦੇ ਨੇ। ਇਸ ਤਰ੍ਹਾਂ ਲੋਗਨ ਸਿਓ ਮੇਰਾ ਠਾਠਾ ਬਾਗਾ, ਸੱਚ ਨਾਮ ਮੇਰਾ ਮਨ ਲਾਗਾ। ਜਿਵੇਂ ਪਿੱਛੇ ਉੱਤੇ ਮੈਂ ਤੁਹਾਡੇ ਨਾਲ ਅਰਜ਼ ਕਰਕੇ ਆਇਆ ਹਾਂ। ਕਹਿੰਦੇ ਬਹੁਤੇ ਸਾਧ ਬੈਠੇ ਸੀ, ਫੱਕਰ ਫਕੀਰ ਭਗਤ ਕਹਿ ਲੋ, ਚਲੋ ਭਗਤ ਬੈਠੇ ਸੀ ਬਹੁਤੇ। ਇੱਕ ਕੋਈ ਘੁਮਿਆਰ ਜਾਤੀ ਦਾ ਆਇਆ ਸੰਤ, ਉਹਨਾਂ ਦੇ ਵਿੱਚ ਭਗਤ ਨਾਮਦੇਵ ਜੀ ਬੈਠੇ ਨੇ, ਭਗਤ ਕਬੀਰ ਜੀ, ਰਵਿਦਾਸ ਜੀ, ਸਾਰੇ ਭਗਤ ਇਕੱਠੇ ਹੋ ਕੇ ਬੈਠੇ ਪਰਮਾਤਮਾ ਦਾ ਨਾਮ ਜਪਦੇ ਨੇ। ਉਹ ਘੁਮਿਆਰ ਜਾਤੀ ਦਾ ਮਹਾਂਪੁਰਖ ਆਇਆ ਆ ਕੇ ਨਾ, ਜਿਵੇਂ ਕਿਸੇ ਦੀ ਰੁਚੀ ਹੁੰਦੀ ਹੈ, ਚਲੋ ਜ਼ਿਮੀਦਾਰ ਜਿਹੜਾ ਨਾ ਉਹ ਜਿੱਥੇ ਫਸਲ ਬੀਜੀ ਆ ਉਹਦੇ ਵੱਟ ਉੱਤੇ ਖੜ ਕੇ ਦੱਸ ਦੂਗਾ ਇਸ ਤਰ੍ਹਾਂ ਆ ਫਸਲ ਵਧੀਆ, ਪੂਰੀ ਵਧੀਆ ਹੋ ਰਹੀ ਹੈ। ਇੱਥੇ ਜਿਹੜੀ ਥੋੜੀ ਜੀ ਖਰਾਬ ਹੈ, ਇੱਥੋਂ ਇੰਨੀ ਟਰਾਲੀ ਭਰ ਜਾਣੀ ਹੈ, ਉਹ ਖੜ ਕੇ ਦੱਸ ਦੂਗਾ। ਵਪਾਰੀ ਨੂੰ ਲੈ ਜਾਓ ਤੁਸੀਂ ਮੰਡੀ ਦੇ ਵਿੱਚ, ਉਹ ਮੱਝ ਦੱਸ ਦੂਗਾ ਵੀ ਆ ਬੜੀ ਵਧੀਆ ਮੱਝ ਹੈ, ਰਵੇ ਦੀ ਹੈ, ਇਹ ਵਧੀਆ ਦੁੱਧ ਦਿਓ, ਵਧੀਆ ਕਿਸੇ ਦੀ ਚੰਗੀ ਪਾਲੀ ਹੋਈ ਹੈ। ਟਰੈਕਟਰਾਂ ਦੀ ਮੰਡੀ ਉੱਤੇ ਚਲੇ ਜਾਓ, ਉੱਥੇ ਉਹ ਦੇਖ ਕੇ ਵਪਾਰੀ ਦੱਸ ਦੂਗਾ ਆ ਵਧੀਆ। ਪਰ ਅੱਜ ਥੋੜਾ ਜਿਹਾ ਕੰਮ ਹੋਰ ਹੈ, ਜੇ ਵੇਚਣ ਵਾਲਾ ਥੋੜਾ ਜਿਹਾ ਉਹਦੀ ਜੇਬ ਵਿੱਚ ਪੈਸੇ ਪਾ ਦੇ, ਚਾਹੇ ਖਰਾਬ ਹੋਵੇ ਚੀਜ਼, ਫਿਰ ਵੀ ਕਹਿ ਦੋ ਇਹ ਸਭ ਨਾਲੋਂ ਵਧੀਆ ਹੈ। ਅੱਜ ਇਹ ਕੰਮ ਵੀ ਚੱਲਦਾ ਹੈ। ਭਗਤ ਬੈਠੇ ਨੇ, ਉਹ ਘੁਮਿਆਰ ਜਾਤੀ ਦਾ ਮਹਾਂਪੁਰਖ ਆ ਕੇ ਜਿੰਨੇ ਸੰਤ ਬੈਠੇ ਸੀ ਸਾਰਿਆਂ ਦੇ ਸਿਰ ਵਿੱਚ ਠੋਲੇ ਮਾਰਨ ਲੱਗ ਗਿਆ। ਇਸ ਤਰ੍ਹਾਂ ਹੁਣ ਭਗਤ ਕਬੀਰ ਜੀ ਦੇ ਆ ਕੇ ਜਿਹੜੇ ਮਾਰਦਾ, ਉਹ ਕਹਿੰਦਾ ਵੀ ਆ ਵੀ ਭਾਂਡਾ ਪੱਕਾ ਹੈ, ਆ ਵੀ ਭਾਂਡਾ ਪੱਕਾ ਹੈ, ਸਰੀਰ ਰੂਪੀ ਭਾਂਡਾ ਆ ਵੀ ਪੱਕਾ ਹੈ, ਆ ਵੀ ਪੱਕਾ ਹੈ। ਭਗਤ ਨਾਮਦੇਵ ਜੀ ਦੇ 2-3 ਮਾਰ ਕੇ ਠੋਲੇ, ਕਹਿੰਦਾ ਜਮਾਂ ਹੀ ਕੱਚਾ ਹੈ। ਤਾਂ ਜਦੋਂ ਇਹ ਗੱਲ ਆਖੀ, ਜਦੋਂ ਆਏ ਬੰਦਿਆਂ ਦੇ ਵਿੱਚ ਸਾਰੇ ਬੈਠੇ ਦੇ ਵਿੱਚ ਉਹ ਵਜੇ ਨਾ, ਹੁਣ ਜਿਹੜਾ ਤਾਂ ਹੈ ਪਰਮਾਤਮਾ ਦੇ ਨਾਮ ਨਾਲ ਜੁੜਿਆ ਹੈ, ਉਹ ਕਹਿੰਦਾ ਕੁਛ ਮਰਜ਼ੀ ਹੋਈ ਜਾਵੇ, ਆਪਾਂ ਨੂੰ ਕੀ, ਆਪਾਂ ਨੇ ਕੀ ਲੈਣਾ। ਜੇ ਭਗਤ ਜੀ ਬੈਠੇ ਆ ਕੇ ਕਹਿੰਦੇ ਭਗਤ ਕਬੀਰ ਜੀ ਨੂੰ, ਕਹਿੰਦੇ ਜੀ ਤੁਹਾਡੀ ਨਿੰਦਿਆ ਬੜੀ ਕਰਦੇ। ਉਹਨਾਂ ਨੇ ਸਵਾਹ ਦੀ ਮੁੱਠੀ ਭਾਲੀ, ਦੋ ਆ ਕੇ ਕਹਿੰਦੇ ਜੀ ਕੋਈ ਗੱਲ ਨਹੀਂ, ਜੇ ਇੱਧਰ ਨਿੰਦਿਆ ਕਰਦੇ ਇੱਧਰ ਤੁਹਾਡੀ ਉਸਤਤ ਵੀ ਕਰਦੇ ਆ। 2 ਮੁੱਠੀਆਂ ਸਵਾਹ ਦੀਆਂ ਭਾਲੀਆਂ। ਕਹਿੰਦੇ ਕੀ ਕਰੋਗੇ? ਕਹਿੰਦੇ ਨਿੰਦਿਆ ਕਰਨ ਵਾਲੇ ਦੇ ਸਿਰ ਵਿੱਚ ਆ ਉਸਤਤ ਕਰਨ ਵਾਲਿਆਂ ਨੇ ਉਸਤਤ ਨਿੰਦਾ ਦੋ ਤਿਆਗੈ ਖੋਜੈ ਪਦ ਨਿਰਵਾਨਾ। ਕਹਿੰਦੇ ਜਿਹੜਾ ਬੰਦਾ ਇਸੇ ਕੰਮ ਦੇ ਵਿੱਚ ਹੀ ਰਿਹਾ,
ਵੀ ਆਹ ਬੰਦਾ ਮੇਰੀ ਬਾਹਲੀ ਵਾਹ ਕਰਦਾ, ਉਦੋਂ ਫਿਰ ਮਨੋਂ ਖੁਸ਼ ਹੋ ਜਾਂਦਾ ਹੈ। ਜਦੋਂ ਕਿਤੇ ਮਾੜੀ ਜੀ ਨਿੰਦਿਆ ਕਰ ਦੇਵੇ ਫਿਰ ਮਨੁੱਖ ਇਸ ਤਰ੍ਹਾਂ ਗਰਮ ਹੋ ਜਾਂਦਾ ਵੀ ਮੇਰੀ ਇਹਨਾਂ ਨੇ ਇਹ ਗੱਲ ਕਾਹਤੋਂ ਕਰਤੀ। ਭਗਤ ਜੀ ਕਹਿੰਦੇ ਮੈਂ ਤਾਂ ਇਹਨਾਂ ਦੋਨਾਂ ਗੱਲਾਂ ਤੋਂ ਪਾਸੇ ਹਾਂ, ਖੋਜੈ ਪਦ ਨਿਰਵਾਣਾ, ਮੈਂ ਤਾਂ ਪਰਮਾਤਮਾ ਦੀ ਖੋਜ ਦੇ ਵਿੱਚ ਹਾਂ। ਹੁਣ ਜਦੋਂ ਮਾਰੇ 2-3 ਢੋਲੇ ਭਗਤ ਨਾਮ ਦੇ, ਕਹਿੰਦੇ ਆ ਤਾਂ ਭਾਂਡਾ ਜਮਾ ਹੀ ਕੱਚਾ ਹੈ ਹਜੇ। ਭਗਤ ਨਾਮਦੇਵ ਜੀ ਉੱਠ ਖੜੇ, ਕਹਿੰਦੇ ਉਹ ਤੂੰ ਕੌਣ ਹੁੰਦਾ ਮੈਨੂੰ ਇਹ ਕਹਿਣ ਵਾਲਾ ਵੀ ਆਹ ਭਾਂਡਾ ਕੱਚਾ ਹੈ? ਕਹਿੰਦੇ ਹਾਂ ਕੱਚਾ ਹੈ ਹਜੇ ਭਾਂਡਾ, ਇਹ ਅਜੇ ਬਣਿਆ ਨਹੀਂ ਵਧੀਆ। ਭਗਤ ਨਾਮਦੇਵ ਜੀ ਕਹਿੰਦੇ ਮੈਂ ਤਾਂ ਪਰਮਾਤਮਾ ਦੀ ਬੰਦਗੀ ਕਰਦਾ। ਸ਼ੰਕਾ ਹੈ ਤੈਨੂੰ ਸ਼ਾਇਦ ਮਨ ਵਿੱਚ, ਕਹਿੰਦੇ ਹਾਂ ਤੂੰ ਕਹਿੰਦੇ ਦੱਸ ਵੀ ਕਦੋਂ ਬੈਠ ਕੇ ਪਰਮਾਤਮਾ ਦੀ ਬੰਦਗੀ ਕਰਦਾ? ਕਹਿੰਦੇ ਦੇਖਣਾ ਫਿਰ ਕਿ ਹਾਂ। ਕਹਿੰਦੇ ਮੈਂ ਤੈਨੂੰ ਜਦੋਂ ਜਾਣਾ ਉਹਦੇ ਚੰਦੇ ਠੱਕਦਾ ਉਹਨਾਂ ਬੈਠਾ। ਉਹ ਕਹਿੰਦੇ ਉਹ ਤਾਂ ਮੈਂ ਹੱਥਾਂ ਨਾਲ ਕਰਦਾ ਕੰਮ, ਜੀਭਾ ਦੇ ਨਾਲ ਮੈਂ ਪਰਮਾਤਮਾ ਦਾ ਨਾਮ ਜਪੀ ਜਾਂਦਾ ਹਰ ਵਕਤ, ਤੇ ਇਹ ਕੰਮ ਮੇਰਾ ਲੋਗਣ ਸਿਓ ਮੇਰਾ ਠਾਠਾ ਬਾਗਾ। ਇਹ ਠਾਠੇ ਬਾਗੇ ਨਾਲ ਕੰਮ ਵੀ ਨਹੀਂ ਚੱਲਦਾ ਹੈ, ਕੰਮ ਵੀ ਜ਼ਰੂਰੀ ਹੈ। ਸਾਚ ਨਾਮ ਮੇਰਾ ਮਨ ਲੱਗਾ, ਸੱਚੇ ਨਾਮ ਦੇ ਨਾਲ ਮੇਰਾ ਮਨ ਹਰ ਵਕਤ ਲੱਗਿਆ ਰਹਿੰਦਾ ਹੈ। ਤੇ ਫਿਰ ਭਗਤ ਨਾਮਦੇਵ ਜੀ ਦੀ ਪਰਖ ਦੇਖ ਲਓ ਫਿਰ ਬੜੀ ਹੋਈ, ਬਹੁਤੀ ਜ਼ਿਆਦਾ। ਕਹਿੰਦੇ ਪ੍ਰਸ਼ਾਦਾ ਬਣਾਈ ਜਾਂਦੇ ਨੇ ਭਗਤ ਨਾਮਦੇਵ ਜੀ, ਕੁੱਤਾ ਆ ਗਿਆ ਕੁੱਤਾ। ਕਈ ਵਿਦਵਾਨ ਲਿਖਦੇ ਨੇ ਕਹਿੰਦੇ 72 ਵਾਰੀ ਭਗਵਾਨ ਭਗਤ ਨਾਮਦੇਵ ਜੀ ਨੂੰ ਦਰਸ਼ਨ ਹੋਏ, 72 ਵਾਰੀ ਨਹੀਂ, ਚਲੋ ਰਹੇ ਆ ਡੋਡੀ ਵਿਦਵਾਨਾਂ ਦੇ, 72 ਵਾਰੀ ਨਹੀਂ ਮਿਲਿਆ ਭਗਤ ਨਾਮਦੇਵ ਜੀ ਨੂੰ, 72 ਜਨਮ ਦੇ ਵਿੱਚ ਮਿਲਿਆ। 72 ਜਨਮਾਂ ਦੇ ਵਿੱਚ ਲਗਾਤਾਰ ਪ੍ਰਮਾਤਮਾ ਦਾ ਮੇਲ ਹੁੰਦਾ ਰਿਹਾ 72 ਜਨਮਾਂ ਦੇ ਵਿੱਚ। ਇਹ ਨਹੀਂ ਹੁਣ ਇਹ ਕਹੋ ਵੀ ਜਿਵੇਂ ਕੋਈ ਪੁੱਤਰ ਕਵੇ ਵੀ ਮੈਨੂੰ ਮੇਰਾ ਪਿਤਾ ਅੱਜ 2 ਵਾਰੀ ਮਿਲਿਆ ਜਾਂ 3 ਵਾਰੀ ਮਿਲਿਆ, ਉਹਦੇ ਵਾਸਤੇ ਗਲਤੀ ਹੈ ਨਾ, ਕਿਉਂਕਿ ਪਿਤਾ ਦੇ ਕੋਲੇ ਹੀ ਰਹਿੰਦਾ ਪੁੱਤਰ, ਹਰ ਵਕਤ ਨੇੜੇ ਰਹਿੰਦਾ ਹੈ। ਉਹ ਕਹੇ ਵੀ ਨਹੀਂ ਅੱਜ ਮੈਨੂੰ 2-3 ਵਾਰੀ ਮਿਲਿਆ ਸੀ, ਉਸ ਤੋਂ ਬਾਅਦ ਤਾਂ ਮਿਲਿਆ ਨਹੀਂ, ਕੱਲ ਮਿਲਿਆ ਸੀ 2-3 ਵਾਰ, ਉਹਦੇ ਵਾਸਤੇ ਗਲਤ ਗੱਲ ਹੈ। ਮਹਾਰਾਜ ਜੀ ਕਹਿੰਦੇ ਭਗਤ ਜੀ ਉਹਨਾਂ ਭਗਤਾਂ ਦੇ ਤਾਂ ਹਰ ਵਕਤ ਕੋਲੇ ਰਹਿੰਦਾ ਤੇ ਕੰਮ ਵੀ ਕਰਦਾ ਉਹਨਾਂ ਭਗਤਾਂ ਦੇ। ਹੁਣ ਭਗਤ ਨਾਮਦੇਵ ਜੀ ਪ੍ਰਸ਼ਾਦਾ ਬਣਾਈ ਜਾਂਦੇ ਨੇ, ਆ ਗਿਆ ਕੁੱਤਾ ਚੱਕ ਕੇ ਰੋਟੀ ਭੱਜ ਲਿਆ। ਭਗਤ ਨਾਮਦੇਵ ਜੀ ਘਿਓ ਵਾਲਾ ਡੱਬਾ ਪਿੱਛੇ ਲੈ ਕੇ ਭੱਜ ਲਿਆ, ਇਤਿਹਾਸਕ ਸਾਖੀ ਹੈ। ਆਵਾਜ਼ਾਂ ਮਾਰਦੇ ਨੇ ਉਹ ਖੜ ਜਾ 1 ਮਿੰਟ, ਕਾਹਲੀ ਕੀ ਹੋਈ ਹੈ ਤੈਨੂੰ? ਉਹ ਮੜੀ ਜੀ ਚੋਪੜਤਾ ਦੇਣ ਦੇ ਰੋਟੀ, ਜੋ ਅੱਗੇ ਅੱਗੇ ਲਵਾਤੀ ਦੌੜ। ਭਗਤ ਨਾਮਦੇਵ ਜੀ ਪਿੰਡ ਦੇ ਆਲੇ ਦੁਆਲੇ ਦੀ ਕਢਾਤਾ ਗੇੜਾ, ਦਮੋਂ ਨਿਕਲ ਗਏ। ਕੁੱਤੇ ਦੇ ਰੂਪ ਦੇ ਵਿੱਚ ਸੀ ਭਗਵਾਨ, ਉਹ ਵੀ ਖੜ ਗਏ, ਕਹਿੰਦੇ ਇਹ ਨਹੀਂ ਹਟਦਾ ਹੁਣ ਪਿੱਛੇ ਹੀ ਆਊਗਾ। ਮੂੰਹ ਵਿੱਚ ਰੋਟੀ ਕੱਢ ਕੇ ਥੱਲੇ ਰੱਖ ਦਿੱਤੀ, ਅੱਗੇ ਜਾ ਕੇ ਬਹਿ ਕੇ ਮੱਥਾ ਟੇਕਿਆ। ਕਹਿੰਦੇ ਭਗਤ ਜੀ ਅੱਜ ਆ ਕਿਹੜੀ, ਭਗਤ ਨਾਮਦੇਵ ਜੀ ਨੇ ਕਿਹਾ ਅੱਜ ਕਿਹੜਾ ਕਿਹੋ ਜਿਹਾ ਰੂਪ ਧਾਰਨ ਕਰੀ ਫਿਰਦੇ ਹੋ ਅੱਜ? ਅੱਜ ਕੁੱਤਾ ਬਣਿਆ ਫਿਰਦਾ, ਦੇਖੋ ਘਟ ਘਟ ਮੈਂ ਹਰ ਜੂ ਵਸੈ, ਸੰਤਨ ਕਹਿਓ ਪੁਕਾਰ। ਕਹਿੰਦੇ ਉਹ ਘਟਾ ਘਟਾ ਹਰ ਚੀਜ਼ ਦੇ ਵਿੱਚ ਵਸਦਾ ਪਰਮਾਤਮਾ। ਪਰਮਾਤਮਾ ਸਾਹਮਣੇ ਪ੍ਰਗਟ ਹੋ ਗਿਆ। ਨਾਮਿਆ ਉਹ ਤੈਂ ਮੈਨੂੰ ਇੱਥੇ ਵੀ ਪਛਾਣ ਲਿਆ। ਕਹਿੰਦੇ ਕਮਾਲ ਦੀ ਗੱਲ ਹੈ, ਉਹ ਜਗ੍ਹਾ ਕਿਹੜੀ ਹੈ ਜਿੱਥੇ ਤੂੰ ਨਹੀਂ ਹੈ? ਕਹਿੰਦੇ ਮੈਂ ਤਾਂ ਉਹਦੀ ਪਛਾਣ ਲਿਆ ਸੀ ਭਗਤ ਨਾਮਦੇਵ ਜੀ। ਕਹਿੰਦੇ ਕਦੋਂ? ਕਹਿੰਦੇ ਜਦੋਂ ਤੂੰ ਰੋਟੀ ਚੁੱਕ ਕੇ ਭੱਜ ਲਈ ਨਾ, ਮੈਂ ਕਿਹਾ ਆਮ ਕੁੱਤਿਆਂ ਵਰਗਾ ਨਹੀਂ ਹੈ, ਇਹਦੇ ਵਿੱਚ ਫਰਕ ਹੈ। ਵਪਾਰੀ ਸੀ ਨਾ। ਕਹਿੰਦੇ ਮੈਂ ਕਿਹਾ ਪਹਿਲੀ ਗੱਲ ਤਾਂ ਇੱਥੋਂ ਤੱਕ ਕੁੱਤਾ ਆ ਹੀ ਨਹੀਂ ਸਕਦਾ ਮੇਰੇ ਤੱਕ, ਜਿਹੜਾ ਆਮ ਕੁੱਤਾ ਉਹ ਇੱਥੇ ਤੱਕ ਆ ਹੀ ਨਹੀਂ ਸਕਦਾ। ਫਿਰ ਮੈਂ ਸੋਚਿਆ ਇਹ ਤਾਂ ਭਗਵਾਨ ਖੁਦ ਹੈ ਜਿਹੜੇ ਇੱਥੋਂ ਤੱਕ ਚੱਲ ਕੇ ਆ ਗਏ। ਇਹਨਾਂ ਨੇ ਕਿਹਾ ਵੀ ਇੱਧਰ ਖਿਆਲ ਛਡਾ ਕੇ ਇੱਧਰਲੇ ਪਾਸੇ ਜੋੜੀਏ ਇਹਦਾ। ਭਗਤ ਨਾਮਦੇਵ ਜੀ ਕੁੱਤੇ ਨਾਲ ਗੱਲਾਂ ਕਰਦੇ ਨੇ, ਭਗਵਾਨ ਸਾਹਮਣੇ ਪ੍ਰਗਟ ਹੋ ਗਏ। ਕਹਿੰਦੇ ਭਗਵਾਨ ਕਹਿੰਦੇ ਨਾਮਦੇਵ ਪਛਾਣਿਆ ਕਿਵੇਂ? ਕਹਿੰਦੇ ਜਦੋਂ ਤੂੰ ਰੋਟੀ ਚੱਕ ਕੇ ਭੱਜਿਆ ਨਾ, ਮੈਂ ਉਹਦੇ ਤੇਰੇ ਮਗਰ ਸੀ, ਉਦੋਂ ਮੈਂ ਰੋਟੀ ਕੰਨੀ ਨਹੀਂ ਸੀ ਮੇਰਾ ਖਿਆਲ, ਨਾ ਮੇਰਾ ਤੇਰੇ ਕਿੰਨੀ ਖਿਆਲ ਸੀ। ਭਗਤ ਜੀ ਨੂੰ ਕਹਿਣ ਲੱਗੇ ਹੋਰ ਫਿਰ ਤੂੰ ਕਿ ਭੱਜਿਆ ਕਿਉਂ ਮਗਰ? ਫਿਰ ਨਾ ਤੇਰਾ ਰੋਟੀ ਕੰਨੀ ਖਿਆਲ ਸੀ। ਕਹਿੰਦੇ ਇੱਕ ਰੋਟੀ ਨਾਲ ਮੈਨੂੰ ਕੋਈ ਘਾਟਾ ਨਹੀਂ ਪੈਂਦਾ ਸੀ, ਮੈਂ ਇੱਕ ਹੋਰ ਬਣਾ ਲੈਂਦਾ, ਪਰ ਮੈਂ ਕਿਹਾ ਫੜ ਲਈ ਅੱਜ ਭਗਵਾਨ ਨੂੰ, ਮੈਂ ਤਾਂ ਤੈਨੂੰ ਫੜਨ ਵਾਸਤੇ ਆਇਆ। ਕਹਿੰਦੇ ਪਛਾਣਿਆ ਕਿਵੇਂ? ਕਹਿੰਦੇ ਮੈਂ ਕਿਹਾ ਤੇਰੀ ਤਾਂ ਚਾਲ ਨਾ ਕੂਕਰ ਨਾਮ ਕੁੱਤੇ ਦਾ ਹੈ। ਗੁਰਮਤਿ ਦੇ ਵਿੱਚ ਕੂਕਰ ਕਹਿੰਦੇ ਨੇ ਕੁੱਤੇ ਨੂੰ। ਕਬੀਰ ਕੂਕਰ ਰਾਮ ਕੋ ਮੁਤੀਆ ਮੇਰੋ ਨਾਉ, ਗਲੇ ਹਮਾਰੇ ਜੇਵਰੀ ਜੈ ਖਿੰਚੈ ਤਹਿ ਜਾਓ। ਕਹਿੰਦੇ ਮੈਂ ਉਦੋਂ ਦੇਖਿਆ ਵੀ ਇਹ ਕੂਕਰ ਤਾਂ ਨਹੀਂ ਹੈ,
ਜਿਹੜਾ ਸਿੱਧਾ ਹੀ ਆ ਵੜਿਆ ਰੋਟੀ ਚੱਕ ਕੇ ਭੱਜ ਲਿਆ। ਤੇਰੀ ਚਾਲ ਨਾ ਕੁਕਰਾਂ ਵਾਲੀ ਤੂੰ ਦਿਸਦਾ ਅੰਤਰ ਜਾਮੀ ਐ, ਚਾਲ ਨਾ ਕੁਕਰਾਂ ਵਾਲੀ ਤੂੰ ਦਿਸਦਾ ਅੰਤਰ ਜਾਮੀ ਐ। ਤੇਰੀ ਚਾਲ ਨਾ ਕੁਕਰਾਂ ਵਾਲੀ ਤੂੰ ਦਿਸਦਾ ਅੰਤਰ ਜਾਮੀ ਐ, ਤੇਰੀ ਚਾਲ ਨਾ ਕੁਕਰਾਂ ਵਾਲੀ ਤੂੰ ਦਿਸਦਾ ਅੰਤਰ ਜਾਮੀ ਐ। ਤੇਰੀ ਚਾਲ ਨਾ ਕੁਕਰਾਂ ਵਾਲੀ ਤੂੰ ਦਿਸਦਾ ਅੰਤਰ ਜਾਮੀ ਐ, ਤੇਰੀ ਚਾਲ ਨਾ ਕੁਕਰਾਂ ਵਾਲੀ ਦਿਸਦਾ ਅੰਤਰ ਜਾਮੀ ਐ। ਅੰਤਰ ਜਾਮੀਏ ਦਿਸਦਾ ਅੰਤਰ ਜਾਮੀਏ ਦਿਸਦਾ ਤੂੰ ਅੰਤਰ ਜਾਮੀਏ ਦਿਸਦਾ ਅੰਤਰ ਜਾਮੀਏ ਅੰਤਰ ਜਾਮੀਏ ਤੂੰ ਦਿਸਦਾ ਅੰਤਰ ਜਾਮੀਏ, ਅੰਤਰ ਜਾਮੀਏ ਤੂੰ ਦਿਸਦਾ ਅੰਤਰ ਜਾਮੀਏ, ਓ ਅੰਤਰ ਜਾਮੀਏ ਦਿਸਦਾ ਅੰਤਰ ਜਾਮੀਏ, ਅੰਤਰ ਜਾਮੀਏ ਤੂੰ ਦਿਸਦਾ ਅੰਤਰ ਜਾਮੀਏ। ਤੇਰੀ ਚਾਲ ਨਾ ਕੁਕਰਾਂ ਵਾਲੀ ਤੂੰ ਦਿਸਦਾ ਅੰਤਰ ਜਾਮੀਏ, ਚਾਲ ਨਾ ਕੁਕਰਾਂ ਵਾਲੀ ਤੂੰ ਦਿਸਦਾ ਅੰਤਰ ਜਾਮੀਏ। ਤੇਰੀ ਚਾਲ ਨਾ ਕੁਕਰਾਂ ਵਾਲੀ ਤੂੰ ਦਿਸਦਾ ਅੰਤਰ ਜਾਮੀਏ, ਤੇਰੀ ਚਾਲ ਨਾ ਕੁਕਰਾਂ ਵਾਲੀ ਤੂੰ ਦਿਸਦਾ ਅੰਤਰ ਜਾਮੀਏ, ਤੇਰੀ ਚਾਲ ਨਾ ਕੁਕਰਾਂ ਵਾਲੀ ਤੂੰ ਦਿਸਦਾ ਅੰਤਰ ਜਾਮੀਏ, ਤੇਰੀ ਚਾਲ ਨਾ ਕੁਕਰਾਂ ਵਾਲੀ ਤੂੰ ਦਿਸਦਾ ਅੰਤਰ ਜਾਮੀਏ। ਕਹਿਣ ਲੱਗੇ ਮੈਂ ਤਾਂ ਉਸੇ ਵਕਤ ਹੀ ਪਛਾਣ ਲਿਆ ਸੀ ਤੈਨੂੰ ਵੀ ਇਹ ਕੁੱਤਾ ਨਹੀਂ ਹੈ। ਰੱਬ ਦੇ ਫਕੀਰ ਦੇਖੋ ਕੁੱਤਿਆਂ 'ਚ ਵੀ ਪਛਾਣ ਲੈਂਦੇ ਨੇ, ਮਨੁੱਖ ਮਨੁੱਖ ਨੂੰ ਨਹੀਂ ਪਛਾਣਦਾ ਹੈ। ਕਿਉਂ? ਗੁਰੂ ਅਮਰਦਾਸ ਮਹਾਰਾਜ ਦੀ ਪੰਕਤੀ ਨਾਲ ਨਾਲ ਮੈਂ ਇੱਕ ਪੰਕਤੀ ਦਾ ਆਧਾਰ ਬਣਾ ਕੇ ਚੱਲਦਾ ਹੁੰਦਾ, ਜਿਨ ਕੋ ਨਦਰ ਕਰਮ ਹੋਵੇ ਹਿਰਦੇ ਤਿਨ ਸੁਭਾਣੀ। ਅੱਜ ਮਨੁੱਖ ਮਨੁੱਖ ਤੋਂ ਨਫ਼ਰਤ ਕਰ ਰਿਹਾ ਹੈ। ਕਹਿੰਦੇ ਅੱਜ ਇਹ ਖੂਨ ਦਾ ਰਿਸ਼ਤਾ ਜੀ, ਖੂਨ ਦਾ ਰਿਸ਼ਤਾ ਬਹੁਤੇ ਕਹਿੰਦੇ ਨੇ, ਪਰ ਅੱਜ ਖੂਨ ਦਾ ਰਿਸ਼ਤਾ ਮਾਫ ਕਰਿਓ ਉਹ ਚੰਦ ਪੁਰਾਣਾ ਮੋਗੇ ਦੇ ਲਾਗੇ ਹੈ, ਉੱਥੇ ਸਾਡਾ ਖੂਨ ਦਾ ਰਿਸ਼ਤਾ ਬੈਠਾ ਹੈ, ਪ੍ਰੇਮ ਦਾ ਰਿਸ਼ਤਾ ਅਜੇ ਨਿਭ ਰਿਹਾ ਹੈ। ਕਹਿੰਦੇ ਜਦੋਂ ਧੀ ਪੁੱਤ ਰੋਜ਼ ਕਹਿੰਦੇ ਜੀ ਚਲੋ ਅੱਗੇ ਪੀੜੀ ਵੱਜੂਗੀ ਸਾਡੀ, ਇਹ ਨਹੀਂ ਪਤਾ ਪੀੜੀ ਦੇ ਚਾਰੇ ਪਾਸੇ ਤੋੜ ਕੇ ਕੱਲਾ ਉਹ ਉੱਪਰ ਲਈ ਰਹਿ ਜਾਂਦਾ ਸਮਾਨ ਜਾ ਪਾਵੇ ਤੋੜ ਕੇ ਕੋਈ ਇੱਧਰ ਮਾਰਿਆ ਕੋਈ ਇੱਧਰ ਮਾਰਿਆ। ਕਹਿੰਦੇ ਨੇ ਪੀੜੀ ਚੱਲਦੀ ਹੈ ਸਾਡੀ ਅੱਗੇ, ਹੀ ਕਹਿੰਦੇ ਹੁੰਦੇ ਨੇ ਜਦੋਂ ਅੰਸ਼ ਬੰਸ ਕਹਿ ਲਓ ਚਲੋ ਕਹਿੰਦੇ ਵੀ ਮੇਰਾ ਧੀ ਹੈ ਮੇਰਾ ਪੁੱਤਰ ਹੈ, ਪਰ ਪੁਰਾਣੀਆਂ ਸ਼ਾਇਦ ਚੱਲਦੀਆਂ ਹੋਣਗੀਆਂ, ਅੱਜ ਦੀਆਂ ਨਹੀਂ ਚੱਲਦੀਆਂ। ਪਰ ਜੀ ਕਹਿੰਦੇ ਕਿਉਂ ਨਹੀਂ ਚੱਲਦੀਆਂ? ਕਿਉਂਕਿ ਜਿਨ ਕੋ ਨਦਰ ਕਰਮ ਹੋਵੇ ਹਿਰਦੇ ਤਿਨ ਸਮਾਣੀ। ਭਗਤ ਨਾਮਦੇਵ ਜੀ ਦੇ ਨਾਲ ਚਲੋ ਗੱਲਾਂ ਕਰੀਆਂ, ਕਹਿਣ ਤੋਂ ਭਾਵ 72 ਜਨਮਾਂ ਦੇ ਵਿੱਚ ਭਗਤ ਨਾਮਦੇਵ ਜੀ ਮਹਾਰਾਜ ਜੀ ਨੂੰ ਭਗਵਾਨ ਨੇ ਨਾਲ ਰੱਖਿਆ ਆਪਣੇ। ਹੁਣ ਉਧਰ ਸਿੱਖਾਂ ਨੇ ਕਿਹਾ, ਕਹਿੰਦੇ ਤੁਸੀਂ ਕਹਿੰਦੇ ਕਰੋੜਾਂ ਦੇ ਵਿੱਚੋਂ ਐ, ਲੱਖਾਂ ਦੀ ਵੀ ਨਹੀਂ ਗੱਲ ਕਰੀ, ਕਹਿੰਦੇ ਇੱਕੋ ਹੀ ਸਿੱਖ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ ਸੱਚ ਹੈ, ਹੋਰ ਸਗਲੇ ਵਿਹਾਰੀ ਤੁਸੀਂ ਕੰਮਾਂ ਧੰਦਾਂ ਦੇ ਵਿੱਚ ਉਲਝੇ ਹੋਏ ਹੋ ਸਾਰੇ, ਠੀਕ ਹੈ ਪ੍ਰੇਮ ਤੁਹਾਡਾ ਜ਼ਰੂਰ ਹੈ, ਪਰ ਜਿਹੜਾ ਕੋਈ ਇਸ ਤਰ੍ਹਾਂ ਲੋਗਨ ਸੋ ਮੇਰਾ ਠਾਠਾ ਬਾਗਾ ਉਹ ਕੋਈ ਹੈ। ਕਹਿੰਦੇ ਫਿਰ ਦਿਖਾਓ ਕੌਣ ਹੈ? ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਦੇਖਣਾ ਚਾਹੁੰਦੇ ਹੋ? ਕਹਿੰਦੇ ਹਾਂ ਕਰੋ ਕਿਰਪਾ। ਕਹਿੰਦੇ ਚੰਗਾ ਇਉਂ ਕਰੋ, 2 ਸਿੱਖ ਜਾਓ ਇਥੋਂ ਗੁਜਰਾਤ ਦੀ ਧਰਤੀ ਤੇ ਚਲੇ ਜਾਇਓ, ਫਿਰ ਕਹਿੰਦੇ ਉੱਥੇ ਇੱਕ ਸਾਡਾ ਸਿੱਖ ਹੈ ਜਿਹੜਾ ਕਰੋੜਾਂ ਦੇ ਵਿੱਚੋਂ ਇੱਕੋ ਹੀ ਹੈ, ਕਰੋੜਾਂ ਦੇ ਵਿੱਚੋਂ ਉਹਦਾ ਨਾਮ ਹੈ ਭਾਈ ਭਿਖਾਰੀ, ਉਹਦੇ ਘਰ ਚਲੇ ਜਾਓ।
ਸਿੱਖਾਂ ਨੇ ਤਿਆਰੀ ਕਰੀ। ਦੋ ਸਿੱਖ ਗੁਜਰਾਤ ਦੀ ਧਰਤੀ ਦੇ ਵਿੱਚ ਚਲੇ ਗਏ। ਗੁਰੂ ਅਰਜਨ ਦੇਵ ਮਹਾਰਾਜ ਤੋਂ ਸਾਰਾ ਐਡਰੈਸ ਪੁੱਛਿਆ। ਭਾਵੜਿਆਂ ਦਾ ਮਹੱਲਾ ਹੈ, ਉੱਥੇ ਸਾਡਾ ਸਿੱਖ ਹੈ ਭਾਈ ਭਿਖਾਰੀ। ਸਾਧਨ ਘੱਟ ਹੁੰਦੇ, ਤੁਰ ਕੇ ਜਾਣਾ ਹੁੰਦਾ, ਉਦੋਂ ਕਾਫੀ ਦਿਨ ਲੱਗ ਗਏ। ਭਾਈ ਭਿਖਾਰੀ ਆਪਣੇ ਘਰ ਵਿੱਚ ਬੈਠਾ ਹੈ, ਪਰਮਾਤਮਾ ਦਾ ਸ਼ੁਕਰ ਕਰਨ ਵਾਲਾ ਹੈ, ਘਰ-ਬਾਰ ਵੀ ਹੈ, ਸਭ ਕੁਝ ਹੈ, ਧੀਆਂ ਪੁੱਤਰ ਵੀ ਹੈ ਭਾਈ ਭਿਖਾਰੀ ਜੀ ਦੇ। ਸਿੱਖ ਜਾ ਵੜੇ ਗੁਜਰਾਤ ਦੀ ਧਰਤੀ ਵਿੱਚ। ਪੁੱਛਿਆ ਭਾਵੜਿਆਂ ਦਾ ਮਹੱਲਾ ਕਿਹੜਾ ਹੈ? ਇਸ਼ਾਰਾ ਕਰਤਾ ਕਿਸੇ ਨੇ, ਉਹ ਸਾਹਮਣੇ ਹੈ। ਉੱਥੇ ਪੁੱਛ ਕੇ ਅੱਗੇ ਚਲੇ ਗਏ। ਪੁੱਛਿਆ ਭਾਈ ਭਿਖਾਰੀ ਦਾ ਘਰ ਕਿਹੜਾ ਹੈ? ਅਸੀਂ ਭਾਈ ਭਿਖਾਰੀ ਨੂੰ ਮਿਲਣ ਵਾਸਤੇ ਆਏ ਹਾਂ। ਅੱਗੇ ਭਾਈ ਭਿਖਾਰੀ ਜੀ ਬਾਰ ਵਿੱਚ ਬੈਠੇ ਨੇ। ਜਿਹੜਾ ਉਹਨਾਂ ਦਾ ਘਰ ਹੈ ਨਾ, ਉਹਦੇ ਬਾਰ ਵਿੱਚ ਇੱਕ ਬੋਰੀ ਵਿਛਾ ਕੇ ਬੈਠੇ ਨੇ। ਜਦੋਂ ਬੋਰੀ ਵਿਛਾ ਕੇ ਭਾਈ ਭਿਖਾਰੀ ਜੀ ਬੈਠੇ ਨੇ, ਜਾਣਸਾਰ ਸਿੱਖਾਂ ਨੇ ਪੁੱਛਿਆ, ਅਸੀਂ ਭਾਈ ਭਿਖਾਰੀ ਨੂੰ ਮਿਲਣ ਵਾਸਤੇ ਆਏ ਹਾਂ। ਜਿਨ ਕੋ ਨਾਦਰ ਕਰਮ ਹੋਵੇ ਹਿਰਦੈ ਤਿਨਾ ਸਮਾਨੀ। ਭਾਈ ਭਿਖਾਰੀ ਜੀ ਨੇ ਖੜੇ ਹੋ ਕੇ ਹੱਥ ਬੰਨੇ। ਇਸੇ ਮਿੱਟੀ ਦੇ ਪਿੰਜਰੇ ਨੂੰ, ਮਿੱਟੀ ਦੇ ਥੈਲੇ ਨੂੰ ਭਿਖਾਰੀ ਕਹਿੰਦੇ ਨੇ। ਆਓ, ਕੀ ਹੁਕਮ ਹੈ, ਕੀ ਸੇਵਾ ਮੈਂ ਕਰਾਂ ਤੁਹਾਡੀ, ਦੱਸੋ ਕਿੱਥੋਂ ਆਏ ਹੋ? ਦੋਨੋਂ ਸਿੱਖਾਂ ਨੇ ਹੱਥ ਬੰਨ ਕੇ ਆਖਿਆ, ਅਸੀਂ ਆਏ ਹਾਂ ਅੰਮ੍ਰਿਤਸਰ ਦੀ ਧਰਤੀ ਤੋਂ, ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ ਦੇ ਵਿੱਚੋਂ। ਭਾਈ ਭਿਖਾਰੀ ਜੀ ਖੁਸ਼ ਹੋ ਗਏ। ਉਹ ਸ਼ੁਕਰ ਹੈ ਮੇਰੇ ਦਾਤੇ ਦੇ ਕੋਲੋਂ ਆਏ ਹੋ, ਗੁਰੂ ਅਰਜਨ ਦੇਵ ਮਹਾਰਾਜ ਦੇ ਦਰਸ਼ਨ ਕਰਕੇ ਆਏ ਹੋ। ਮੈਂ ਤੁਹਾਡੇ ਦਰਸ਼ਨ ਕਰ ਲਏ, ਸਮਝ ਲਓ ਇੱਕ ਬਰਾਬਰ ਹੋ ਗਿਆ। ਮੈਂ ਗੁਰੂ ਦੇ ਦਰਸ਼ਨ ਕਰ ਲਏ। ਖਾਲਸਾ ਮੇਰੋ ਰੂਪ ਹੈ ਖਾਸ। ਤੁਸੀਂ ਗੁਰੂ ਦੇ ਦਰਸ਼ਨ ਕਰਕੇ ਆਏ, ਮੈਂ ਤੁਹਾਡੇ ਦਰਸ਼ਨ ਕਰ ਲਏ। ਇਹਨੂੰ ਕਹਿੰਦੇ ਨੇ ਨਿਮਰਤਾ। ਤੇ ਗੁਰੂ ਜੀ ਨੇ ਵੀ ਇਹ ਗੱਲ ਆਖੀ ਹੈ ਵੀ ਜਿਹੜੀ ਨਿਮਰਤਾ ਹੈ ਨਾ, ਇਹ ਮਨੁੱਖ ਦੇ ਅੰਦਰ ਹੈ। ਉਹਦੇ ਤੋਂ ਵੀ ਅਰਜ਼ ਕਰਦਾ, ਹੱਥ ਬੰਨ ਕੇ ਲਓ, ਤੁਸੀਂ ਜਿਹਨੂੰ ਮਰਜੀ ਜਿੱਤ ਲਓ, ਜਿਹਨੂੰ ਮਰਜੀ। ਹਰ ਹੱਥ ਬੰਨਣ ਵਿੱਚ ਵੀ ਫਰਕ ਹੈ। ਗੁਰੂ ਅੱਗੇ ਹੱਥ ਬੰਨੇ ਹੋਏ ਸੱਚਮੁੱਚ ਦਰਗਾਹ ਦੇ ਵਿੱਚ ਕੰਮ ਆ ਜਾਂਦੇ ਨੇ। ਹੱਥ ਉਹ ਵੀ ਲੋਕ ਬੰਨਦੇ ਨੇ। ਚਲੋ ਮੈਂ ਕਿਸੇ ਪਾਰਟੀ ਨਾਲ ਨਹੀਂ ਸੰਬੰਧ ਰੱਖਦਾ, ਸਾਡੀ ਪਾਰਟੀ ਤਾਂ ਸਭ ਤੋਂ ਵੱਡੀ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਗੁਰੂ ਕੀ ਸੰਗਤ ਦੀ। ਹੱਥੋਂ ਵੀ ਲੋਕ ਬੰਨਦੇ ਨੇ ਵਿਖਾਵੇ ਦੇ। ਘਰਾਂ ਵਿੱਚ ਜਾ ਕੇ, ਦੁਕਾਨਾਂ ਤੇ ਜਾ ਕੇ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਨੇ, ਕੇਰਾਂ ਬੰਨ ਤੇ ਫਿਰ 5 ਸਾਲ ਉਹ ਆਪਣੇ ਹੱਥ ਪਾਸੇ ਕਰ ਦਿੰਦੇ, ਲੋਕਾਂ ਤੋਂ ਬਣਾਈ ਜਾਂਦੇ ਨੇ। ਬੋਲੋ ਸਤਿਨਾਮ ਵਾਹਿਗੁਰੂ ਜੀ। ਫਿਰ ਅਸੀਂ ਲੋਕ ਬੰਨਦੇ ਫਿਰੀ ਜਾਂਦੇ ਵਿੱਚ। ਪਰ ਗੁਰੂ ਦੇ ਅੱਗੇ ਹੱਥ ਬੰਨੇ ਹੋਏ ਮਹਾਰਾਜ ਜੀ ਕਹਿਣ ਲੱਗੇ, ਦਰਗਾਹ ਦੇ ਵਿੱਚ ਸਫਲੀਅਤ ਤੇਰੇ ਦਰਗਾਹ ਦੇ ਵਿੱਚ। ਤੇ ਭਾਈ ਭਿਖਾਰੀ ਜੀ ਕਹਿਣ ਲੱਗੇ, ਸ਼ੁਕਰ ਹੈ ਉਹ ਤੁਸੀਂ ਮੇਰੇ ਗੁਰੂ ਕੋਲੋਂ ਆਏ ਹੋ। 8 ਅੰਗ ਲਾ ਕੇ ਪਹਿਲੀ ਭਗਤੀ ਕਰੀ, 8 ਅੰਗ ਲਾ ਕੇ ਗੁਰੂ ਨੂੰ, ਗੁਰੂ ਦੇ ਸਿੱਖਾਂ ਨੂੰ ਮੱਥਾ ਟੇਕਿਆ। ਉਹ ਕਹਿਣ ਲੱਗੇ, ਧੰਨ ਓਏ ਭਾਈ ਭਿਖਾਰੀ, ਪਾਟੀ ਜੀ ਬੋਰੀ ਉੱਤੇ ਬੈਠਾ ਹੈ ਤੇ ਇਹ ਏਡੀ ਭਾਵਨਾ ਇਹਦੇ ਅੰਦਰ ਐ ਲੱਗਦਾ ਜਿਵੇਂ ਰੌਣਕ ਮੇਲਾ ਜਿਹਾ ਹੁੰਦਾ। ਹਲਵਾਈ ਲੱਗੇ ਹੋਏ ਨੇ, ਖੁਰਚਨੇ ਕੜਕੀ ਜਾਂਦੇ ਨੇ, ਇੱਕ ਪਾਸੇ ਟੇਲਰ ਵੀਰ ਬੈਠੇ ਕੱਪੜੇ ਸਿਉਂ ਜਾਂਦੇ ਨੇ, ਬੀਬੀਆਂ ਭੈਣਾਂ ਗੀਤ ਗਾ ਰਹੀਆਂ ਨੇ, ਖੁਸ਼ੀ ਦੇ ਸੋਲੇ ਗਾ ਰਹੀਆਂ ਨੇ, ਪਰ ਇਹ ਬੋਰੀ ਜੀ ਦੇ ਉੱਤੇ ਬੈਠੇ ਆ। ਸ਼ੰਕਾ ਵੀ ਆਈ ਮਨ ਵਿੱਚ, ਸ਼ਾਇਦ ਚਲੋ ਕਿਸੇ ਦੇ ਘਰੇ ਮੂੰਹ ਆ ਗਿਆ ਹੋਣਾ ਵਿਆਹ ਦੇ ਵਿੱਚ। ਇਹ ਭਾਈ ਭਿਖਾਰੀ ਤੇਰਾ ਘਰ ਹੈ? ਕਹਿੰਦੇ ਹਾਂ ਮੇਰਾ ਘਰ ਹੈ, ਮੇਰੇ ਦਾਤੇ ਨੇ ਮੈਨੂੰ ਬਖਸ਼ਿਸ਼ ਕੀਤਾ ਹੈ। ਭਾਈ ਭਿਖਾਰੀ ਜੀ ਦਾ ਇਹ ਹਾਲ ਵੇਖ ਕੇ ਫਿਰ ਉੱਥੇ ਇੱਕ ਪੰਕਤੀ ਭਾਈ ਗੁਰਦਾਸ ਜੀ ਨੇ ਲਿਖੀ ਹੈ। ਉਹ ਕਹਿੰਦੇ, ਧਰਤੀ ਪੈਰਾਂ ਹੇਠ ਹੈ, ਧਰਤੀ ਹੇਠ ਬਸੰਦਾ ਪਾਣੀ, ਪਾਣੀ ਚੱਲੇ ਨਿਮਾਣ ਨੂੰ, ਗੁਰਸਿੱਖੀ ਦੀ ਇਹ ਨਿਸ਼ਾਨੀ। ਕਹਿੰਦੇ ਗੁਰੂ ਦੇ ਸਿੱਖ ਵਿੱਚ ਇੰਨੀ ਕੁ ਨਿਮਰਤਾ, ਸਰੀਰ ਤੋਂ ਥੱਲੇ ਪੈਰ, ਪੈਰਾਂ ਦੇ ਥੱਲੇ ਧਰਤੀ, ਧਰਤੀ ਦੇ ਥੱਲੇ ਪਾਣੀ, ਪਾਣੀ ਚੱਲੇ ਨਿਮਾਣ ਨੂੰ। ਕਹਿੰਦੇ ਪਾਣੀ ਵੀ ਨੀਵੇਂ ਪਾਸੇ ਨੂੰ ਜਾਂਦਾ ਹੈ।
ਕਹਿੰਦੇ ਸਾਰੀਆਂ ਚੀਜ਼ਾਂ ਇੱਕ ਪਾਸੇ ਇਕੱਠੀਆਂ ਕਰ ਲੋ, ਧਰਤੀ ਕਰ ਲੋ, ਪਾਣੀ ਕਰ ਲੋ, ਪੈਰ ਕਰ ਲੋ, ਨੀਵੇਂ ਵਾਲਾ ਪਾਸਾ ਕਰ ਲੋ। ਕਹਿੰਦੇ ਇਹ ਸਾਰੀਆਂ ਚੀਜ਼ਾਂ ਇੱਕ ਪਾਸੇ ਇਕੱਠੀਆਂ ਕਰਕੇ ਧਰ ਦੋ। ਜਿਹੜਾ ਗੁਰੂ ਦਾ ਸਿੱਖ ਹੈ ਉਹਦੇ ਵਿੱਚ ਇਹਦੇ ਨਾਲੋਂ ਵੀ ਕਿਤੇ ਵੱਧ ਕੇ ਨਿਮਰਤਾ ਹੈ। ਬੋਲੋ ਸਤਨਾਮ। ਸ੍ਰੀ ਵਾਹਿਗੁਰੂ। ਜਦੋਂ ਇਹ ਕੁਝ ਦੇਖਿਆ ਫਿਰ ਉੱਥੇ ਵਿਦਵਾਨ ਨੂੰ ਕਹਿਣਾ ਪੈ ਗਿਆ। ਉਹ ਕੀ ਕਹਿੰਦੇ? ਜੀ ਨੀਵੇਂ ਤਾਂ ਪਾਉਣ ਮਰਾਦਾਂ ਉੱਚੀਆਂ, ਜਦ ਤੁਸੀਂ ਇਸ ਤਰ੍ਹਾਂ ਹੱਥ ਬੰਨ ਲਓ ਸਾਰੇ ਕਾਰਜ ਹੀ ਹੋ ਜਾਂਦੇ। ਲਓ ਇਸ ਤਰ੍ਹਾਂ ਗੁਰੂ ਅੱਗੇ ਹੱਥ ਬੰਨ ਲਓ ਤਾਂ ਵੀ ਤੁਹਾਡੇ ਕਾਰਜ ਸਵਰਗੇ, ਕਿਸੇ ਮਨੁੱਖ ਅੱਗੇ ਬੰਦ ਹੋ ਗਏ ਤਾਂ ਵੀ ਕਾਰਜ ਸਵਰ ਜਾਣਗੇ। ਪਰ ਇੱਕ ਹੁੰਦਾ ਇਸ ਤਰ੍ਹਾਂ ਹੈ ਆਕੜ ਵਾਲਾ, ਗਰਦਨ ਹੈ ਸਿੱਧਮ ਸਿੱਧੀ ਹੁੰਦੀ ਹੈ, ਉਹਦੇ ਉੱਤੇ ਜਿਹੜਾ ਮਰਜ਼ੀ ਕਰੀ ਜਾਓ, ਕਹਿੰਦੇ ਉਹਨੂੰ ਕੁਝ ਪ੍ਰਾਪਤ ਨਹੀਂ ਹੁੰਦਾ। ਫਲ ਲੱਗੇ ਬੇਰੀ ਨੂੰ, ਨੀਵੀਂ ਹੋ ਗਈ। ਜੀ ਨੀਵੇਂ ਤਾਂ ਪਾਉਣ ਮਰਾਦਾਂ ਉੱਚੀਆਂ, ਆਕੜ ਵਾਲੇ ਟਹਿੰਦੇ ਨੇ, ਉਹ ਨੀਵੇਂ ਪਾਉਣ ਮਰਾਦਾਂ ਉੱਚੀਆਂ, ਆਕੜ ਵਾਲੇ ਟਹਿੰਦੇ ਨੇ, 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 ਨੀਵੇਂ ਪਾਉਣ ਮਰਾਦਾਂ ਉੱਚੀਆਂ, ਆਕੜ ਵਾਲੇ ਟਹਿੰਦੇ ਨੇ। ਨੀਵੇਂ ਥਾਨੂੰ ਪਾਣੀ ਜਾਂਦਾ, ਹੋ ਨੀਵੇਂ ਥਾਨੂੰ ਪਾਣੀ ਜਾਂਦਾ, ਟਿੱਬੇ ਤਾਂ ਸੁੱਕੀ ਰਹਿੰਦੇ, ਨੀਵੇਂ ਥਾਨੂੰ ਪਾਣੀ ਜਾਂਦਾ, ਟਿੱਬੇ ਸੁੱਕੀ ਰਹਿੰਦੇ ਨੇ, ਉਹ ਨੀਵੇਂ ਥਾਨੂੰ ਪਾਣੀ ਜਾਂਦਾ, ਟਿੱਬੇ ਸੁੱਕੀ ਰਹਿੰਦੇ ਨੇ, ਨੀਵੇਂ ਥਾਨੂੰ ਪਾਣੀ ਜਾਂਦਾ, ਟਿੱਬੇ ਸੁੱਕੀ ਰਹਿੰਦੇ ਨੇ, ਨੀਵੇਂ ਥਾਨੂੰ ਪਾਣੀ ਜਾਂਦਾ, ਟਿੱਬੇ ਸੁੱਕੀ ਰਹਿੰਦੇ ਨੇ, ਨੀਵੇਂ ਥਾਨੂੰ ਪਾਣੀ ਜਾਂਦਾ, ਟਿੱਬੇ ਸੁੱਕੀ ਰਹਿੰਦੇ ਨੇ। ਕਹਿੰਦੇ ਉਹ ਜਿਹੜੇ ਨੀਵੇਂ ਨੇ ਨਾ, ਨਿਮਰਤਾ ਵਿੱਚ ਆ ਕੇ, ਨਿਮਰਤਾ ਭਾਵ ਰੱਖ ਕੇ, ਕਹਿੰਦੇ ਉਹ ਪਰਮਾਤਮਾ ਤੋਂ ਜਾਂ ਕਿਸੇ ਮਨੁੱਖ ਤੋਂ ਵੀ ਕਹਿ ਲੋ ਹਰ ਇੱਕ ਚੀਜ਼ ਪ੍ਰਾਪਤ ਕਰ ਲੈਂਦੇ ਨੇ। ਉਹਨਾਂ ਦੇ ਘਰ ਪਰਮਾਤਮਾ ਬੈਠ ਜਾਂਦਾ ਹੈ। ਹੁਣ ਭਾਈ ਭਿਖਾਰੀ ਦਾ ਇਹ ਸਾਰਾ ਕੁਝ ਵੇਖ ਕੇ ਕਹਿੰਦੇ ਸੱਚਮੁੱਚ ਗੁਰੂ ਅਰਜਨ ਦੇਵ ਮਹਾਰਾਜ ਨੇ ਕਿਹਾ ਸੀ, ਕੋਟਨ ਮੈਂ ਨਾਨਕ ਕੋ ਨਾਰਾਇਣ ਜਹ ਜੀਤ। ਨਿਮਰਤਾ ਦੇ ਘਰ ਦੇ ਵਿੱਚ ਆ ਕੇ ਗੁਰੂ ਨਾਨਕ ਆਪ ਚਲਿਆ ਜਾਂਦਾ ਹੈ। ਏਮਨਾਬਾਦ ਦੀ ਧਰਤੀ ਦੇ ਰਹਿਣ ਵਾਲਾ ਭਾਈ ਲਾਲੋ, ਏਮਨਾਬਾਦ ਦੀ ਧਰਤੀ ਦੇ ਰਹਿਣ ਵਾਲਾ ਮਲਕ ਭਾਗੋ, ਇੱਕ ਟੁੱਟੀ ਛੰਨ ਵਿੱਚ ਰਹਿੰਦਾ, ਇੱਕ ਮਹਿਲ ਵਿੱਚ ਰਹਿੰਦਾ ਹੈ। ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਜੀ ਮਹਿਲ ਛੱਡ ਕੇ ਉਸ ਟੁੱਟੀ ਹੋਈ ਛੰਨ ਵਿੱਚ ਚਲੇ ਗਏ, ਬੈਠ ਗਏ, ਜਾ ਕੇ ਆਵਾਜ਼ ਮਾਰੀ, ਭਾਈ ਲਾਲੋ ਲੱਕੜ ਦਾ ਕੰਮ ਕਰਦਾ ਹੈ, ਤੇਸੇ ਨਾਲ ਲੱਕੜ ਘੜੀ ਜਾਂਦਾ ਹੈ। ਮਹਾਰਾਜ ਜੀ ਖੜ ਗਏ। ਭਾਈ ਮਰਦਾਨਾ ਕਹਿਣ ਲੱਗਾ, ਤੁਸੀਂ ਕਹਿੰਦੇ ਸੀ ਮੇਰਾ ਮਿੱਤਰ ਬੜਾ ਵਧੀਆ, ਤਾਂ ਝਾਕਦਾ ਵੀ ਨਹੀਂ ਤੁਹਾਡੇ ਕੰਨੀ। ਕਹਿੰਦੇ ਖੜ ਜਾ ਇੱਕ ਮਿੰਟ। ਆਵਾਜ਼ ਮਾਰੀ, ਭਾਈ ਲਾਲੋ, ਪਿਆਰ ਦੀ ਆਵਾਜ਼ ਅੰਦਰੋਂ ਨਿਕਲੀ ਨਾ, ਜਦੋਂ ਪਿਆਰ ਦੀ ਆਵਾਜ਼। ਭਾਈ ਲਾਲੋ ਕਹਿਣ ਲੱਗਾ, ਮੈਨੂੰ ਤਾਂ ਕਿਸੇ ਨੇ ਇੰਨੇ ਪ੍ਰੇਮ ਨਾਲ ਜ਼ਿਕਰ ਬੁਲਾਇਆ ਹੀ ਨਹੀਂ। ਭਾਈ ਲਾਲੋ, ਮੈਂ ਤੈਨੂੰ ਮਿਲਣ ਵਾਸਤੇ ਆਇਆ। ਤਾਹਾਂ ਨੂੰ ਮੁੱਕ ਚੱਕਿਆ, ਭਾਈ ਲਾਲੋ ਨੇ ਹੱਥ ਬੰਨ ਲਏ, ਆ ਗਿਆ। ਬੜੇ ਚਿਰਾਂ ਬਾਅਦ ਮਹਾਰਾਜ ਜੀ ਕਹਿੰਦੇ, ਭਾਈ ਮਰਦਾਨਿਆ, ਮੇਰਾ ਕਈ ਜਨਮਾਂ ਦਾ ਸੰਬੰਧ ਹੈ ਇਹਦੇ ਨਾਲ। ਚਲੋ ਖੈਰ, ਕਹਿਣ ਤੋਂ ਭਾਵ ਰਹੇ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ, ਬੈਠੋ ਮਹਾਰਾਜ, ਪ੍ਰਸ਼ਾਦਾ ਤਿਆਰ ਕਰਦੇ ਆ। ਭੋਜਨ ਤਿਆਰ ਕਰਿਆ, ਛਕਾਇਆ, ਕੋਦਰੇ ਦਾ ਪ੍ਰਸ਼ਾਦਾ, ਕੋਦਰੇ ਦਾ। ਸੁਣਿਆ ਬਹੁਤ ਸੀ ਵੀ ਕੋਦਰਾ ਜਿਹੜਾ ਸਖਤ ਹੁੰਦਾ, ਪਰ ਮੇਰਾ ਵੱਡਾ ਵੀਰ ਭਾਈ ਤਾਰਾ ਸਿੰਘ ਉਹ ਨਾ ਪ੍ਰਸ਼ਾਦਾ ਤਾਂ ਨਹੀਂ ਸ਼ਾਇਦ ਛਕਿਆ ਕੋਦਰੇ ਦਾ, ਪਰ ਇਹਨਾਂ ਨੇ ਉਹ ਦਰਿਆ ਬਣਾ ਕੇ ਭੇਜਿਆ 2-3 ਵਾਰੀ। ਬੜਾ ਵਧੀਆ, ਬੜਾ ਸਵਾਦ, ਆਨੰਦ ਉਹਦੇ ਵਿੱਚ ਵਧੀਆ ਹੈ। ਤੜਕੇ ਲਾ ਕੇ ਬਣਾ ਲਓ ਚੀਜ਼, ਪਰ ਉਹਦੇ ਵਿੱਚ ਪ੍ਰੇਮ ਨਾ ਹੋਵੇ, ਈਰਖਾ ਚ ਬਣਾਈ ਹੋਵੇ, ਵਧੀਆ ਨਹੀਂ ਲੱਗਦੀ ਹੁੰਦੀ। ਪਰ ਜਦੋਂ ਅਸੀਂ ਕੋਦਰੇ ਦਾ ਛਕਿਆ ਨਾ, ਮੈਂ ਜਦੋਂ ਟਿੱਬਾ ਸਾਹਿਬ ਗੁਰਦੁਆਰੇ ਸੀ, ਉੱਥੇ ਅਸੀਂ ਪ੍ਰਭਾਤ ਫੇਰੀਆਂ ਕਰੀਆਂ। ਉੱਥੇ ਮੈਂ
ਕੋਧਰੇ ਦੀ ਸਾਖੀ ਦੀ ਜਿਹੜੀ ਉਹ ਸੁਣਾਈ ਵੀ ਬਾਬੇ ਨਾਨਕ ਨੇ ਕੋਧਰੇ ਦਾ ਪ੍ਰਸ਼ਾਦਾ ਛਕਿਆ। ਇੱਕ ਸਾਡੇ ਪਿੰਡ ਦਾ ਹੀ ਬੰਦਾ ਉਹ ਰਲਿਆ ਹੋਇਆ ਜ਼ਿਮੀਂਦਾਰਾਂ ਦੇ, ਉਹ ਦੂਸਰੇ ਦਿਨ ਹੀ ਮੈਨੂੰ ਇੰਨਾ ਸਾਰਾ ਪਾ ਕੇ ਲਿਆਤਾ ਉਹਨੇ ਲਿਫਾਫੇ 'ਚ। ਮੈਂ ਅਰਜ਼ ਕਰੀ, ਅਗਲੇ ਦਿਨ ਮੈਨੂੰ ਲਿਆਤਾ। ਫਿਰ ਮੈਂ ਸੰਗਤ ਨੂੰ ਵਿਖਾਇਆ, ਭਾਈ ਆਹ ਹੁੰਦਾ ਕੋਧਰਾ। ਕਈਆਂ ਨੇ ਤਾਂ ਚਲੋ ਦੇਖਿਆ, ਜਿਹੜੇ ਸਿਆਣੇ ਪੁਰਸ਼ ਉਹਨਾਂ ਨੇ, ਜਦੋਂ ਮੇਰੇ ਵਰਗੇ ਨੇ ਦੇਖਿਆ ਜੀ ਨਾ ਜ਼ਰੂਰ ਸੁਣਿਆ ਸੀ, ਦੇਖ ਕੇ ਅਸੀਂ ਹੈਰਾਨ ਹੋ ਗਏ ਵੀ ਇਹ ਛੋਟੇ ਛੋਟੇ ਬੀਜ ਜੇ ਨੇ। ਉਹ ਰੋਟੀਆਂ ਬਣਾ ਕੇ ਭਾਈ ਮਰਦਾਨੇ ਦੇ ਅੱਗੇ ਰੱਖ ਦਿੱਤੀਆਂ। ਖੈਰ ਚਲੋ, ਇੱਕ ਬੁਰਕੀ ਤੋੜੀ, ਮਰਦਾਨਾ ਕਹਿਣ ਲੱਗਿਆ ਤਾਂ ਗਲ 'ਚ ਹੀ ਫਸ ਜੂਗੀ। ਜਦੋਂ ਮੈਂ ਇੱਕ ਬੁਰਕੀ ਤੋੜੀ, ਗਲ 'ਚ ਫਸ ਜੂਗੀ, ਤੜਕੇ ਨੂੰ ਕੀਰਤਨ ਨਹੀਂ ਹੋਣਾ, ਮੇਰਾ ਰਾਮ ਨਾਮ ਸੱਤ ਹੋ ਜਾਊਗਾ। ਬੋਲੋ ਸਤਨਾਮ ਵਾਹਿਗੁਰੂ। ਮਾਰਾ ਕਹਿੰਦੇ ਉਹ ਖਾ ਕੇ ਦੇਖ ਮਰਦਾਨਿਆ, ਇਹ ਗੱਲ ਨਾ ਕਰ, ਤੂੰ ਇੱਕ ਬੁਰਕੀ ਖਾ ਕੇ ਦੇਖ। ਜਦੋਂ ਖਾਧੀ, ਉਹ ਇਸ ਤਰ੍ਹਾਂ ਜਿਵੇਂ ਦੇਸੀ ਘਿਓ ਵਿੱਚ ਤਲੇ ਹੋਏ ਪੂੜੇ ਹੁੰਦੇ ਨੇ, ਇਸ ਤਰ੍ਹਾਂ। ਚਲੋ ਖੈਰ, ਸੁਨੇਹਾ ਆ ਗਿਆ ਉਧਰੋਂ, ਕਹਿੰਦੇ ਆ ਜਾਓ, ਦੇਸੀ ਘਿਓ ਦੇ ਪੂੜੇ ਪਏ ਨੇ, ਖਾਓ ਮਲਕ ਭਾਗੋ ਦੇ ਘਰ ਦੇ ਵਿੱਚੋਂ। ਬਸ ਮੈਂ ਪੰਕਤੀ ਪੜ੍ਹ ਕੇ ਸਮਾਪਤੀ ਕਰਾਂ। ਭਾਈ ਮਰਦਾਨਾ ਜੀ ਕਹਿਣ ਲੱਗੇ, ਚਲੋ ਸਤਿਗੁਰੂ ਜੀ, ਮਲਕ ਭਾਗੋ ਦੇ ਘਰ ਦੇ ਵਿੱਚ ਲੰਗਰ ਚੱਲ ਰਿਹਾ ਹੈ। ਮਰ ਕਹਿਣ ਲੱਗੇ, ਆਪਾਂ ਨਹੀਂ ਜਾਣਾ ਉਹਨਾਂ ਦੇ ਘਰੇ। ਕਿਉਂ? ਉਹ ਪਤਾ ਉਹ ਪੂੜੇ ਨਹੀਂ ਹੈ, ਉਹਦੇ ਵਿੱਚ ਤਾਂ ਖੂਨ ਹੈ, ਲੋਕਾਂ ਦਾ ਚੂਸਿਆ ਹੋਇਆ। ਨਹੀਂ, ਕਹਦੇ ਚਲੋ ਚੱਲੀਏ। ਮੈਂ ਗੱਲ ਕਰਦਾ ਵੀ ਇੱਕ ਹੱਕ ਸੱਚ ਦੀ ਕਮਾਈ। ਜਦੋਂ ਗੁਰੂ ਨਾਨਕ ਦੇ ਮਨ ਤੀਜੀ ਵਾਰੀ ਸੁਨੇਹਾ ਆ ਗਿਆ, ਕਹਿੰਦੇ ਚੱਲ ਚੱਲੀਏ। ਲਾਲੋ ਭਾਈ ਲਾਲੋ ਤੇ ਉਹਦੇ ਘਰ ਵਾਲੀ ਦੋਨੋਂ ਰੋਣ ਲੱਗ ਪਏ। ਮਹਾਰਾਜ ਜੀ ਉੱਥੇ ਜਾਂਦੇ ਹੋ? ਹਾਂ। ਆ ਕਿਤੇ ਕੋਧਰੇ ਦੀ ਰੋਟੀ ਨਾ ਭੁੱਲ ਜਾ ਸਾਡੀ। ਬੜਾ ਆਨੰਦ ਆਉਂਦਾ। ਉਹਨਾਂ ਆਨੰਦ 36 ਕੌਲੀਆਂ ਲਾ ਕੇ ਥਾਲ ਦੇ ਵਿੱਚ ਨਹੀਂ ਆਉਂਦਾ। ਐਂ ਕਰ ਦੇਖਦੇ ਰਹਿੰਦੇ ਵੀ ਕਿਹੜੀ ਕੌਲੀ ਚਮਚਾ ਲਾਈਏ, ਕਿਹੜੀ ਚ ਲਾਈਏ। ਤੇ ਜਿੰਨਾ ਆਨੰਦ 2 ਪ੍ਰਸ਼ਾਦੇ ਉੱਤੇ ਰੱਖ ਲਓ ਹੱਥ ਦੇ ਉੱਤੇ, ਤੇ ਉਹ ਪ੍ਰਸ਼ਾਦੇ ਛਕ ਕੇ ਵੇਖੋ ਕਿੰਨਾ ਆਨੰਦ ਆਊਗਾ। ਬੋਲੋ ਸਤਨਾਮ। ਉਹਦਾ ਬਹੁਤ ਆਨੰਦ ਆਊਗਾ। ਭਾਈ ਲਾਲੋ ਰੋਣ ਲੱਗ ਪਿਆ। ਮਾਂ ਜੀ ਕਹਿੰਦੇ, ਤੂੰ ਕਿਉਂ ਰੋਣਾ? ਕਹਿੰਦਾ, ਹੁਣ ਤੁਸੀਂ ਉੱਥੇ ਉਹ ਛਕੋਗੇ ਪੂੜੇ ਜਾ ਕੇ, ਤੇ ਮੇਰੇ ਘਰ ਤਾਂ ਮਾਰੇ। ਕਹਿੰਦੇ, ਤੇਰੇ 21 ਦਿਨ ਰਹਿਣਾ ਤੇਰੇ ਘਰ, 21 ਦਿਨ। ਚੰਗਾ ਲਿਆ, ਤੂੰ ਵੀ ਚੱਲ ਨਾਲ ਹੀ ਕੋਧਰੇ ਦੀ ਰੋਟੀ ਚੱਕ ਲੈ। ਉਹਨੇ ਪੌਣੇ ਵਿੱਚ ਲਵੇਟ ਕੇ ਰੋਟੀ ਕੋਧਰੇ ਦੀ ਸੁੱਕੀ ਹੋਈ ਖੱਦਰ ਦੇ ਪੌਣੇ ਚ ਲਵੇਟ ਕੇ ਚੱਕ ਲਈ। ਉਹਦੇ ਘਰ ਵਾਲੀ ਰੋਣ ਲੱਗ ਪਈ। ਕਹਿੰਦੀ, ਮਹਾਰਾਜ ਸ਼ਾਮ ਦਾ ਪ੍ਰਸ਼ਾਦਾ ਸਾਡੇ ਘਰ ਆਇਆ। ਮਹਾਰਾਜ ਕਹਿੰਦੇ, ਜ਼ਰੂਰ ਆਵਾਂਗੇ। ਨਾਲੇ ਉੱਚੀ ਉੱਚੀ ਖੜੀ ਰੋਂਦੀ ਹੈ। ਭਾਈ ਲਾਲੋ ਦੇ ਘਰ ਵਾਲੀ, ਮਹਾਰਾਜ ਉਧਰ ਜਾ ਰਹੇ ਹੋ? ਕਹਿੰਦੇ, ਹਾਂ। ਚੰਗਾ ਕਿ ਕਿਰਪਾ ਕਰ ਦਿਓ, ਸੱਚਮੁੱਚ ਅਰਦਾਸ ਕਰਿਓ ਮਹਾਰਾਜ ਦੇ ਚਰਨਾਂ ਵਿੱਚ। ਭਾਈ ਲਾਲੋ ਦੇ ਘਰ ਵਾਲੀ ਬੀਬੀ ਉੱਚੀ ਦਣੇ ਰੋ ਕੇ ਧਾ ਮਾਰ ਕੇ ਕਹਿਣ ਲੱਗੀ, ਸੱਚੇ ਪਾਤਸ਼ਾਹ ਕਿ ਕਿਰਪਾ ਕਰ ਦਿਓ ਜੀ, ਭੁੱਲ ਜਾਇਓ ਨਾ ਗਰੀਬਾਂ ਨੂੰ, ਭੁੱਲ ਜਾਇਓ ਨਾ ਗਰੀਬਾਂ ਨੂੰ, ਬਣ ਕੇ ਨਾ ਬੈਠ ਜਾਇਓ ਮਹਿਮਾਨ ਅਮੀਰਾਂ ਦੇ, ਬਣ ਕੇ ਨਾ ਬੈਠ ਜਾਇਓ ਮਹਿਮਾਨ ਦੇ, ਭੁੱਲ ਜਾਇਓ ਨਾ ਗਰੀਬਾਂ ਨੂੰ, ਭੁੱਲ ਜਾਇਓ ਨਾ ਗਰੀਬਾਂ ਨੂੰ, ਬਣ ਕੇ ਨਾ ਬੈਠ ਜਾਇਓ ਮਹਿਮਾਨ ਅਮੀਰਾਂ ਦੇ, ਬਣ ਕੇ ਨਾ ਬੈਠ ਜਾਇਓ ਮਹਿਮਾਨ ਅਮੀਰਾਂ ਦੇ, ਭੁੱਲ ਜਾਇਓ ਨਾ ਗਰੀਬਾਂ ਨੂੰ, ਭੁੱਲ ਜਾਇਓ ਨਾ ਗਰੀਬਾਂ ਨੂੰ, ਬਣ ਕੇ ਨਾ ਬੈਠ ਜਾਇਓ ਮਹਿਮਾਨ ਅਮੀਰਾਂ ਦੇ, ਬਣ ਕੇ ਨਾ ਬੈਠ ਜਾਇਓ ਮਹਿਮਾਨ ਅਮੀਰਾਂ ਦੇ। ਉਹ ਮੈਨੂੰ ਚਾਹੁੰਦੀ ਅਮੀਰੀ ਦਾ, ਬਾਬੇ ਨਾਨਕ ਨੇ ਕਿਹਾ, ਭਾਈ ਲਾਲੋ ਇਹ ਗੱਲ ਨਹੀਂ ਹੈ। ਫੇਰ ਜੇ ਗੱਲ ਇਹੀ ਹੁੰਦੀ ਮੈਂ ਆਉਂਦਾ ਹੀ ਨਾ ਤੇਰੇ, ਮੈਂ ਪਹਿਲਾਂ ਹੀ ਉਧਰ ਚਲੇ ਜਾਂਦਾ। ਉਹ ਮੈਨੂੰ ਚਾਹ ਨਹੀਂ ਅਮੀਰੀ ਦਾ, ਮੈਂ ਤਾਂ ਸਦਾ ਰੋ ਬਣ ਕੇ
ਮਹਿਮਾਨ ਗਰੀਬਾਂ ਦਾ ਮੈਂ ਤਾਂ ਸਦਾ ਰੋ ਬਣ ਕੇ ਮਹਿਮਾਨ ਗਰੀਬਾਂ ਦਾ ਹੋ ਮੈਨੂੰ ਅਮੀਰ ਦਾ ਮੈਨੂੰ ਡੋਲ ਅਮੀਰ ਦਾ ਮੈਂ ਤਾਂ ਰਹੂੰ ਬਣ ਕੇ ਮਹਿਮਾਨ ਗਰੀਬਾਂ ਦਾ ਮੈਂ ਤਾਂ ਰਹੂੰ ਬਣ ਕੇ ਮਹਿਮਾਨ ਗਰੀਬਾਂ ਦਾ ਕੀ ਭੁੱਲ ਜਾਓ ਨਾ ਗਰੀਬਾਂ ਨੂੰ 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 ਜਾਓ ਨਾ ਗਰੀਬਾਂ ਨੂੰ ਭੁੱਲ ਜਾਓ ਨਾ ਗਰੀਬਾਂ ਨੂੰ ਸਤਿਗੁਰੂ ਜੀ ਕਹਿਣ ਲੱਗੇ ਤਾਂ ਹੋ ਹੀ ਨਹੀਂ ਸਕਦਾ। ਚਲੋ ਖੈਰ, ਕਹਿਣ ਤੋਂ ਭਾਵ ਸੀ ਮਹਾਰਾਜ ਜੀ ਕੀ ਕਹਿੰਦੇ, ਜਿਨ ਕੋ ਨਾਦਰ ਕਰਮ ਹੋਵੇ ਹਿਰਦੇ ਤਿਨਾ ਸਮਾਣੇ। ਆਓ ਧੰਨਵਾਦ ਹੈ ਸਰਬਤ ਸੰਗਤਾਂ ਦਾ, ਜੁੜਿਓ ਸਾਰੇ ਨਾਲ ਸਦੀ ਬਾਣੀ ਚ ਅਰਦਾਸ ਹੁਕਮਨਾਮਾ। ਤੇ ਅੱਜ 14 ਤਰੀਕ ਹੋ ਗਈ। ਅੱਜ 14 ਤੇ 15 16 ਤੇ 17 ਜੇ ਤੱਜ ਦਿਨ ਦਾ ਵਿੱਚ ਗਿਣੋਗੇ ਫਿਰ ਤਾਂ 4 ਦਿਨ ਹੈ, ਤੇ ਨਹੀਂ ਵਿਚਰੇ 3 ਹੀ ਦਿਨ ਨੇ, ਕਿਉਂਕਿ 17 ਦੀ ਤਾਂ ਸੰਗਰਾਂਦ ਦੀ, ਉਹ ਵਿੱਚ ਦਿਨ ਲੱਗਦੇ ਨਹੀਂ। ਤੇ ਅੱਜ ਦਾ 16 ਦਾ ਜਦੋਂ ਦਿਨ ਚੜ੍ਹ ਗਿਆ ਫਿਰ ਤਾਂ ਛਿਪਣੀ ਕਰਕੇ ਭਾਈ ਸੰਗਰਾਂਦ ਆ ਗਈ ਆਪਣੀ ਨੇੜੇ, ਕੱਤਕ ਦੀ ਸੰਗਰਾਂਦ ਹੈ। ਤੇ ਵੱਧ ਚੜ੍ਹ ਕੇ ਸੰਗਤਾਂ ਨੇ ਹਾਜ਼ਰੀਆਂ ਭਰਨੀਆਂ, ਨਾਲੇ ਗੁਰੂ ਕੇ ਲੰਗਰਾਂ ਵਾਸਤੇ ਰਸਤਾ ਵਸਤਾਂ ਜ਼ਰੂਰ ਪਹੁੰਚਾਓ। ਲੰਗਰ ਤਿਆਰ ਕਰਨਾ ਗੁਰੂ ਕਾ ਸੰਗਤ ਵਾਸਤੇ। ਕੋਈ ਸ਼ਕਲੂ ਪ੍ਰਸ਼ਾਦਾ ਆ ਕੇ ਬਣਿਆ ਹੋਇਆ ਅਸੀਸ ਦੇ ਦੂਗਾ, ਉਹਦੇ ਵਿੱਚ ਬਹੁਤ ਵੱਡਾ ਇੱਕ ਜੱਗ ਲੱਗ ਜਾਂਦਾ, ਸਮਝ ਲਓ। ਜੇ ਕਹਿ ਲਓ ਜਿਵੇਂ ਤੁਸੀਂ ਵੀ ਹਜੂਰ ਸਾਹਿਬ, ਜੇ ਤੁਸੀਂ ਖੰਡ ਪਾਠ ਕਰਾਉਣਾ ਹੋਵੇ ਨਾ ਹਜੂਰ ਸਾਹਿਬ, ਜੇ ਤੁਸੀਂ ਅੱਜ ਜਾਓਗੇ ਤਾਂ ਤਕਰੀਬਨ ਤੁਹਾਨੂੰ 1 ਸਾਲ ਵਿੱਚ ਜਾ ਕੇ ਬਾਰੀ ਮਿਲੂ। ਵੀ ਅੱਜ 2020 ਚੱਲਦਾ, ਵੀ 2021 ਦੀ ਐਸੇ ਤਰੀਕ ਨੂੰ ਭੋਗ ਪਊਗਾ ਤੁਹਾਡਾ। ਤੇ ਮਹਾਰਾਜ ਜੀ ਕਹਿਣ ਲੱਗੇ, ਸਿੱਖਾ ਜੇ ਤੂੰ ਸ਼੍ਰੀ ਹਜੂਰ ਸਾਹਿਬ ਖੰਡ ਪਾਠ ਕਰਾਉਣਾ ਚਾਹੁੰਦਾ ਹੈ, ਹਰਿਮੰਦਰ ਸਾਹਿਬ ਖੰਡ ਪਾਠ ਕਰਾਉਣਾ ਚਾਹੁੰਦਾ ਹੈ, ਤਾਂ ਫਿਰ ਇੱਕ ਕੰਮ ਕਰ, ਉਹ ਕੀ ਗਰੀਬੀ ਗਦਾ ਹਮਾਰੀ, ਤੂੰ ਗੁਰੂ ਘਰ ਛੇਤਰ ਲਾ ਦੇ, ਲੰਗਰ ਲਾ ਦੇ, ਤੇ ਸਮਝ ਲੈ ਤੇਰਾ ਇੱਕ ਖੰਡ ਪਾਠ ਹੋ ਗਿਆ। ਮਹਾਰਾਜ ਬਰਕਤ ਪਾਉਂਦੇ ਨੇ ਭਾਈ, ਵੱਧ ਚੜ ਕੇ ਆਪ ਜੀ ਨੇ ਹਾਜ਼ਰੀਆਂ ਭਰਨੀਆਂ, ਨਾਲੇ ਤੇ ਨਾਲ ਗੁਰੂ ਕੇ ਲੰਗਰਾਂ ਦੀ ਵੀ ਸੇਵਾ ਕਰਨੀ। ਰਾਮ ਕਲੀਮਾ ਲਾ ਤੀਜਾ ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦਿ। ਜਿੰਨੀਆਂ ਵੀ ਸੰਗਤਾਂ ਦੂਰੋਂ ਨੇੜਿਓਂ ਚੱਲ ਕੇ ਆਉਂਦੀਆਂ ਨੇ, ਤੇ ਕਿਉਂਕਿ ਮੈਂ ਅਰਜ਼ ਕਰਦਾ ਤੁਹਾਡੇ 2 ਲਾਹੇ ਨੇ, ਸਾਡਾ ਇੱਕੋ ਹੀ ਲਾਹਾ ਹੈ। ਦੇਖੋ ਪਹਿਲਾਂ ਆਪਣੇ ਘਰੋਂ ਐਡੀ ਦੂਰੋਂ ਚੱਲ ਕੇ ਆਉਣਾ, ਇਹ ਵੀ ਮਹਾਰਾਜ ਜੀ ਕਹਿੰਦੇ ਜਿਨ ਕੋ ਨਦਰ, ਜਿਨ੍ਹਾਂ ਦੇ ਉੱਤੇ ਨਦਰ ਹੈ ਪਰਮਾਤਮਾ ਦੀ, ਉਹੀ ਚੱਲ ਕੇ ਆਉਂਦੇ ਆ। ਨਹੀਂ ਤਾਂ ਫਿਰ ਆਵਾਜ਼ਾਂ ਦਾ ਸੁਣਦੇ ਹੀ ਨੇ, ਵੀ ਚਲੋ ਆਵਾਜ਼ ਤਾਂ ਸੁਣੀ ਜਾਂਦੀ ਹੈ, ਪਰ ਨਹੀਂ, ਲਾਹੇ ਬਹੁਤ ਨੇ ਆ ਕੇ। ਆਓ ਸਾਰੇ ਜੁੜਿਓ। ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ, ਸਤਿਗੁਰ ਤਾ ਪਾਇਆ ਹੈ ਜਿਹਦੀ ਮਨ ਵਜੀਆਂ ਵਧਾਈਆਂ। ਰਾਗ ਤਨ ਪਰਵਾਰ ਪੁੰਨ ਸਬਦ ਗਾਵਣ ਆਈਆਂ। ਸਬਦੋ ਤਾ ਗਾਵੋ ਹਰੀ ਤੇਰਾ ਮਨ ਜਿਨੀ ਬਸਾਇਆ। ਹੈ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਏ ਮਨ ਮੇਰੇ ਆਸਨਦਾਰੋ ਵਰਨਾਲੇ, ਨਾਲੋ ਤੂੰ ਮਨ ਮੇਰੇ ਦੁਖ ਸਭ ਵਿਸਾਰਨਾ। ਅੰਗੀਕਾਰੋ ਕਰੇ ਤੇਰਾ ਕਾਰ ਸਭ ਦਵਾਰ। ਸਭ ਨਾਗਲਾਂ ਸਿਮਰਤ ਸੁਆਮੀ ਸੁਖ ਮਨੁ ਵਿਸਾਰੇ। ਨਾਨਕ ਮਨ ਮੇਰੇ ਸਦਾਰੋ ਵਰਨਾਲੇ। ਸਾਚੇ ਸਾਹਿਬ ਕਿਆ ਨਹੀਂ ਕਰਤੇ ਰਹਿ। ਜੋ ਪਾਵੇ ਦਾਸੀ ਤੁਸਲਾ ਤੇਰੀ ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ ਵਜੇ। ਐ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ। ਸੱਚਾ ਨਾਮ ਮੇਰਾ ਆਧਾਰੋ, ਨਾਮ ਮੇਰਾ ਆਧਾਰ
ਮੇਰਾ ਜਨ ਮੁਖਾਂ ਦਾ ਭਗਵਾਨ ਕਰ ਸ਼ਾਂਤ ਸੁਖ ਮਨੈ ਵਸਿਆ ਜਿਨੀ ਇੱਛਾ ਸਭ ਪੁਜਾਈਆਂ ਭਗਵਾਨ ਦਾ ਗੁਰ ਵਿਟੋ ਜਿਦੀਆਂ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਕਰੋ ਪਿਆਰੋ ਸਦਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਘਰ ਸੁਭਾਗੈ ਸ਼ਬਦ ਵਾਜੇ ਕਥਾ ਅਜ ਦੂਤ ਵਕ ਵਿਤੇ ਕਾਲ ਕੰਡਕ ਮਾਰਿਆ ਪਾਇਆ ਤੂੰ ਜਨ ਕੋ ਸੇ ਨਾਮ ਹਰ ਕੈ ਲਾਗੇ ਐ ਨਾਨਕ ਦਾਸ ਕੋ ਆਦਤ ਕਰਿਆ ਨਾਦ ਵਜ ਨਾਦ ਸੁਨੋ ਬੜ ਭਾਗੀਓ ਸਗਲ ਮਨੋਰਥ ਪੂਰੇ ਹਾਰ ਮੈਂ ਪ੍ਰਪਾਇਆ ਉਤਰੇ ਸਗਲ ਵਸੂਰੇ ਗੁਰੂ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਲਗਨ ਪੈ ਦਰਤੇ ਪੂਰੇ ਗੁਰ ਤੇ ਜਾਣੀ ਸਬਨਿੰਦ ਕਹਤੇ ਸਤ ਗੁਰ ਰਹਾ ਭਰਪੂਰੇ ਗੁਰ ਚਰਨ ਲਾਗੇ ਵਾਜੇ ਅਨਾਤੁਰੇ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ